डंडौत बंदन अनक बार सर्व कला समरथ डोलन ते राखो प्रभु नानक दे कर हाथ। ज्ञान ध्यान किस कर्म न जाना सार न जाना तेरी सब ते बड़ा सतगुरु नानक जिन कल रखी मेरी बोलो सतनाम श्री वाहिगुरु जी। रब धरती ते आ गया पापा वाली धुंध नूं मिटाउण लई। रब धरती ते आ गया पापा वाली धुंध नूं मिटाउण लई। रब धरती ते आ गया। पर जाकर लाई हो अतिया चार जगत विच सी पर जाकर लाई। सी पर जाकर लाई हो सुनदा नहीं कोई गल किसे दी हर थां मची दुहाई। हर थां मची दुहाई हो सुनदा नहीं कोई गल किसे दी हर थां मची दुहाई। हर थां मची दुहाई खुशियां दी लहर दौड़ जगते हर एक चेहरा रुशना गया पापा वाली धुंध नूं मिटाउण लई। रब धरती ते आ गया पापा वाली धुंध नूं मिटाउण लई। रब धरती ते आ गया। रब दे दिलां नूं ठंड पा गया पापा वाली धुंध नूं मिटाउण लई। रब धरती ते आ गया पापा वाली धुंध नूं मिटाउण लई। रब धरती ते आ गया।
ਸੀ ਫੁੱਲ ਬਰਸਾਏ। ਆਪੀਆਂ ਦੇ ਦਿਲ ਕੰਬੇ ਵੇਖ ਕੇ ਭੁੱਲਿਆਂ ਨੂੰ ਉਹ ਸਮਝ ਆ ਗਿਆ। ਪਾਪਾਂ ਵਾਲੀ ਧੁੰਦ ਨੂੰ ਮਿਟਾਉਣ ਲਈ ਰੱਬ ਧਰਤੀ ਤੇ ਆ ਗਿਆ। ਪਾਪਾਂ ਵਾਲੀ ਧੁੰਦ ਨੂੰ ਮਿਟਾਉਣ ਲਈ ਰੱਬ ਧਰਤੀ ਤੇ ਆ ਗਿਆ। मेरे शहनशाह तेरे नाल हुण तू देर लाई क्योंकि विचारदा है ढीका विच ना अरस जांदा ते मैनू रूप दिसे परवरदिगार दा जिसने प्रीतम पाना गुरमुख बन के चरनी लग जाओ जिसने प्रीतम पाना जिसने प्रीतम पाना ओ चन चंगियाड़े वांगर जिसने जीवन सफल बनाना जीवन सफल बनाना चन चंगियाड़े वांगर जिसने जीवन सफल बनाना जीवन सफल बनाना नानकी दे वीर दियां सिफतां साडी जथा संगतां च गा गया। पापां वाली धुंध नूं मिटाउण लई रब धरती ते आ गया। दुखियां दे दुखड़े वंडाउण लई रब धरती ते आ गया। पापां वाली धुंध नूं मिटाउण लई रब धरती ते आ गया। बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे। शब्द गुरु प्रतख गुरु पूरा गुरु समर्थ गुरु जुगो जुग अटल सतगुरु श्री गुरु ग्रंथ साहिब जी की हजूरी अंदर जुड़ के बैठी गुरु की संगत जी रचना करो पवित्र गज के आखियो सतनाम श्री वाहिगुरू। दीन दुनिया के मालिक ने साडे ते रहमत की है। मेरे दाता जी का बचन है भगत तेरे मन भाव दे दर सोहन कीरत गावदे। ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ ਉਸ ਦੀ ਕੀਰਤੀ ਕਰਦੇ ਨੇ ਉਸ ਦੀ ਵਡਿਆਈ ਕਰਦੇ ਨੇ ਉਸ ਦਾ ਜਸ ਕਰਦੇ ਨੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ। दूसरा बचन है जिसनो बख्श लहे मेरे प्यारे सो जस तेरा ज्ञान। ये वड्डे भागां दी निशानी है कि दाता जी ने सानू इन्ना प्यार करके अपनी गोदी विच बैठण दा सुभाग बख्शिश कीता है। मनुखा जन्म सतगुरु जी कहते ने भई प्राप्त मानुख देहुरिया गोबिंद मिलन की
ਇਹ ਤੇਰੀ ਬਰੀ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਮਾਨਸ ਜਨਮ ਦੁਲਾਂਭੈ ਹੋਏ ਨਾ ਬਾਰੰਬਾਰ। ਉਦਾਹਰਣ ਦਿੰਦੇ ਨੇ, ਜਿਉਂ ਬਨ ਫਲ ਪਾਕੇ ਭੋਏ ਗਿਰੇ ਬੌਰ ਨਾ ਲਾਗੇ ਡਰ। ਇਥੋਂ ਸਾਨੂੰ ਇਹ ਤਾਂ ਪ੍ਰਤੀਤ ਹੁੰਦਾ ਹੈ ਕਿ ਜਨਮ ਇਹ ਮਿਲ ਪਿਆ ਏ, ਦੁਬਾਰਾ ਨਹੀਂ ਮਿਲਣਾ, ਵਾਰ-ਵਾਰ ਨਹੀਂ ਨਸੀਬਾਂ ਚ। ਸਤਿਗੁਰੂ ਜੀ ਇਹ ਵੀ ਬਚਨ ਕਰਦੇ ਨੇ ਕਿ ਅਸੀਂ ਜਿਉਂਦਿਆਂ ਜੀ ਮੁਕਤ ਹੋਣਾ ਇਸ ਜਨਮ ਦੇ ਵਿੱਚ, ਇਸ ਅਵਸਰ ਦੇ ਵਿੱਚ, ਇਸ ਮੌਕੇ ਦੇ ਵਿੱਚ। ਕਿਉਂਕਿ ਦਾਤਾ ਜੀ ਦਾ ਬਚਨ ਹੈ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ। ਮਰਿਆਂ ਤੋਂ ਬਾਅਦ ਤੇਰੀ ਮੁਕਤੀ ਦਾ ਕੀ ਫਾਇਦਾ ਜਿਹੜੀ ਮਿਲੀ। ਜਿਉਂਦੇ ਜੀ ਬੰਧਨਾਂ ਤੋਂ ਮੁਕਤ ਹੋ ਜਾਈਏ, ਇਸ ਜਨਮ ਦਾ ਲਾਹਾ ਸਾਨੂੰ ਕੁਝ ਮਿਲ ਜਾਏ, ਆਵਾਗਮਨ ਦਾ ਚੱਕਰ ਮਿਟ ਜਾਏ। ਤੇ ਸਭ ਤੋਂ ਵੱਡਾ ਇੱਕ ਬਚਨ ਮੇਰੇ ਦਾਤਾ ਜੀ ਨੇ ਅੱਜ ਦੇ ਦਿਨ ਦੇ ਸੰਬੰਧ ਵਿੱਚ ਸਾਡੀ ਝੋਲੀ ਵਿੱਚ ਪਾਇਆ। ਮੇਰੇ ਤੋਂ ਪਹਿਲਾਂ ਸਾਡੇ ਮਾਣਯੋਗ ਗਿਆਨੀ ਜੀ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸਨ। ਘਣ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਜਿਹੜੀ ਕੋਈ ਬੰਦਾ ਕਥਨ ਕਰ ਨਹੀਂ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ ਕਿੰਨੀ ਹੈ ਇਹ ਮੇਰੇ ਮਾਲਕ ਆਪ ਜਾਣਦੇ ਨੇ। ਅਸੀਂ ਉਹਨਾਂ ਦੀ ਮਹਿਮਾ ਕਿੰਨੀ ਕੁ ਵਿਖਿਆਨ ਕਰਾਂਗੇ, ਜ਼ੁਬਾਨ ਛੋਟੀ ਹੈ। ਜਿਹਬਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲੈ। ਸਾਡੀ ਜ਼ੁਬਾਨ ਛੋਟੀ ਹੈ, ਇੱਕ ਹੈ। ਅੱਜ ਮੇਰੇ ਦਾਤਾ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਮੇਰੇ ਦਾਤਾ ਜੀ ਦੇ ਜੀਵਨ ਤੋਂ ਸਭ ਤੋਂ ਵੱਡੀ ਦਾਤ ਇਹ ਮਿਲਦੀ ਹੈ। ਆਸਾ ਦੀ ਵਾਰ ਦਾ ਸ਼ਬਦ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੈ, ਜਿੱਥੇ ਮੇਰੇ ਦਾਤਾ ਜੀ ਕਹਿੰਦੇ ਨੇ ਕਿ ਇਸ ਜਾਮੇ ਦੇ ਅੰਦਰ ਮੈਂ ਮਨੁੱਖਾਂ ਤੋਂ ਦੇਵਤੇ ਬਣਾ ਸਕਦਾ ਹਾਂ। ਉਹਨੂੰ ਸਮਾਂ ਵੀ ਕਿੰਨਾ ਲੱਗੇਗਾ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਅਗਲਾ ਬੰਦ ਪੜ੍ਹ ਲਈਏ ਤੇ ਗੱਲ ਸਾਨੂੰ ਸਮਝ ਆਉਂਦੀ ਹੈ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਕਰੀਬਨ 21 ਸਾਲ ਹਰ ਧਰਮ ਦਾ ਕਰਮ ਕਰਨ ਤੋਂ ਬਾਅਦ ਵੀ ਇਹ ਆਖਿਆ ਜਾਂਦਾ ਤੂੰ ਨਗੁਰਾ ਹੈ, ਤੇ ਆਪਣੇ ਅੰਦਰ ਝਾਤੀ ਮਾਰ ਲਈਏ ਕਿ ਸਾਡੇ ਵਾਸਤੇ ਸਿੱਖਿਆ ਕੀ ਹੋਣੀ ਚਾਹੀਦੀ। ਜੇ 21 ਸਾਲ ਹਰ ਧਰਮ ਦਾ ਕਰਮ ਕਰਕੇ ਵੀ ਇਹ ਸੁਣਨ ਨੂੰ ਮਿਲਦਾ ਹੈ ਕਿ ਅਮਰਦਾਸ ਤੇਰਾ ਸੰਗ ਕਰਕੇ ਮੇਰਾ ਜਨਮ ਭ੍ਰਿਸ਼ਟ ਹੋ ਗਿਆ, ਤੂੰ ਨਗੁਰਾ ਗੁਰੂ ਵਾਲਾ ਨਹੀਂ। ਅਸੀਂ ਆਪਣੇ ਮਨ ਅੰਦਰ ਝਾਤੀ ਮਾਰ ਲਈਏ, ਫਿਰ ਸਾਡੀ ਥਾਂ ਕਿੰਨੀ ਕੁ ਹੈ ਤੇ ਕਿੱਥੇ ਕੋ ਬਚਦੀ ਹੈ। ਤੇ ਬੜੇ ਵੱਡਿਆਂ ਭਾਗਾਂ ਵਾਲੇ ਹਾਂ ਕਿ ਮੇਰੇ ਦਾਤਾ ਜੀ ਨੇ ਸਾਨੂੰ ਆਪਣੀ ਬੁੱਕਲ ਵਿੱਚ ਬੈਠਣ ਦਾ ਸਮਾਂ ਦਿੱਤਾ, ਜਿੱਥੇ ਅਸੀਂ 5 ਦੀਵਾਨ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। ਇਹ ਪਹਿਲਾ ਦੀਵਾਨ ਹੈ, 4 ਦੀਵਾਨ ਹੋਰ ਹੋਣਗੇ। ਲੜੀ ਸ਼ੁਰੂ ਕਰਨ ਦੇ ਮੁਤਾਬਕ ਜੋ ਪ੍ਰਬੰਧਕਾਂ ਦਾ ਹੁਕਮ ਹੋਇਆ ਕਿ ਅਸੀਂ 550 ਸਾਲਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਬੰਧ ਨੂੰ ਨਾਲ ਚੱਲਦੇ ਹੋਇਆਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ। ਤੇ ਜ਼ਰੂਰੀ ਬਣ ਗਿਆ ਸੀ ਕਿ ਅਸੀਂ ਪਹਿਲੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ਼ਤਾਬਦੀ ਮਨਾ ਰਹੇ ਹਾਂ 1469 ਤੇ 2019, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦੀਵਾਨ ਵਿੱਚ ਦਰਸ਼ਨ ਕਰਕੇ ਫਿਰ ਲੜੀ ਦੇ ਨਾਲ ਆਰੰਭ ਕਰਕੇ ਅਗਾਂਹ ਚੱਲਣ ਦਾ ਯਤਨ ਕਰਾਂਗੇ। ਸੋ ਬੇਨਤੀ ਕਰ ਰਿਹਾ ਸਾਂ ਕਿ ਸਾਡੇ ਵੱਡੇ ਭਾਗ ਨੇ ਸਾਨੂੰ ਸਤਿਗੁਰੂ ਜੀ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਇਹ ਸਮਾਂ ਸਫਲ ਹੋ ਜਾਏ। ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇਰੋਂ ਕਰੋ ਸਾਜੇ ਔਰ ਨਿਵਾਜੇ ਢਾਡੀਆਂ ਦੀ ਫਤਿਹ ਕਰੋ ਪ੍ਰਵਾਨ।
सतगुरु गुरु अमरदास पातशाह जी के प्रकाश पुरब की लख लख बधाई है। प्रवानगी का उत्तर फतेह के रूप में चढ़ती कला में बख्शिश करदे होए असीस बख्शो, कुछ कह सकीए ते गज के आखियो जी वाहिगुरू जी का खालसा वाहिगुरू जी की फतेह। सतगुरु श्री गुरु नानक देव साहब सच्चे पातशाह जी दे जदों सतगुरु गुरु ग्रंथ साहब जी की बाणी का अध्ययन करते हैं, बाणी को प्रेम नाल पढ़ते हैं, तो यह गल समझ आती है। तो व्याख्यान करने वास्ते सानू उस चौगिरदे नूं झाती मारनी पैंदी है जिथे विद्वान करता कहता है कि जद राजे होए कसाई सी ते वाड़ खेत नूं खा रही सी, जद रिश्वत खोरी जोरां ते कामे दी जिंद घबरा रही सी, जद चोके खून गरीबां दा ढाडे हथ रंगी जांदे सन, ਉਹ ਪੀ ਕੇ ਰਤ ਮਾਸੂਮਾਂ ਦੀ ਬੁੱਲਾਂ ਤੇ ਸੁਰਖੀ ਲਾਂਦੇ ਸਨ, ਤਦ ਨਾਨਕ ਪਿਆਰਾ ਤੜਫ ਪਿਆ ਵੇਖ ਦਰਦ ਭਰੀ ਇਸ ਝਾਕੀ ਨੂੰ, ਉਹ ਵੈਦ ਤੁਰ ਪਿਆ ਰੋਕਣ ਲਈ ਤੇ ਪਈ ਹੋਈ ਇਸ ਢਾਕੀ ਨੂੰ, ਸੰਗ ਲੈ ਪਾਲੇ ਮਰਦਾਨੇ ਨੂੰ ਤੇ ਤੁਰਿਆ ਪੂਰਬ ਦੱਖਣ ਨੂੰ, ਦਿਲ ਪਾਟੇ ਹੋਏ ਜੋੜਨ ਲਈ ਤੇ ਜਗਤ ਜਲੰਦਾ ਰੱਖਣ ਨੂੰ। ਮੇਰੇ ਦਾਤਾ ਜੀ ਦਾ उस वक्त तक प्रमाण सतगुरु जी सानू बख्शिश करते हैं। कल काती राजे कसाई धर्म पंख कर उड़ रहा, कूड़ अमावस सच चंद्रमा दिसे नाही कह चढ़िया। ये उस वक्त की बात है जद राजे पाप कमाम दे उल्टी वाड़ खेत को खाई हो गया। ये उस वक्त की बात है राजे शी मुकदम कुत्ते जाए जगाइन बैठे सुते। जिथे सतगुरु गुरु नानक देव साहब सच्चे पातशाह जी के समय की यह बात है ना कि राजे शी बन चुके सन ते मुकदम इंसाफ करने वाले भी कुत्ते बन चुके सन ते मुआफ करना ते अज दा ते उस दौर का कोई बहुता फर्क नजर नहीं आता। जे ये वेख लीए तस्वीर कि उदों वधे पाप जहान हनेर होया, दया धर्म का रिहा निशान नाही, टक्को जिधर शैतान का राज दिसे, नजर आमदा किते भगवान नाही, महिला विच पत लहे कुआरियां दी, बचे पाप तो धर्म अस्थान नाही, फसिया गुनाहां दे विच इउं जापे जिवें रिहा इंसान इंसान। ते अज भी ये गल उन्नी हो ढुकदी है जिन्नी गुरु नानक पातशाह जी के समय ते ढुकदी सी। अज भी धर्म का पूरा बोलबाला है, कोई कथा कीर्तन की कमी नहीं, ना साडे धर्म च कमी है, ना हिंदू धर्म ब्राह्मण मत विच कमी है, ना ईसाई लोगों के प्रचार च कमी है। प्रचार पूरा जोरां ते हर कोई अपना जोर ला के कर रहा, पर कमी कित्थे आ गई, गिरावट कित्थे आई, इसनूं समझण वास्ते एक अदीब लिखदा, वो कहता जफर आदमी उसको ना जानिएगा खा कितना हो साहिबे ज़का फाहिमो ज़का, जिसे ऐश में ज़ादे खुदा ना रही, जिसे तैश में खौफ ए खुदा ना रहा। वो कहता जफर इनू आदमी ना समझ लवी, क्योंकि ये ऐश प्रस्ती च इनू परमात्मा की याद नहीं रही। ते जदों ये तैश अहंकार गुस्से विच आ गया, ताकत राज सत्ता का नशा इन सिर चढ़ के बोलिया ते इसने खुदा का खौफ भुला के रख दिता। सच जान इसनूं तू आदमी ना समझ लेना। तुहानू मैं एक चिट्टे कपड़ियां दे विच इंसान दा नजर आउंदा, दर हकीकत मेरे गुरु आखदे ने कि ये जिहड़ा आदमी तेरे सामने खड़ा दर हकीकत आदमी नहीं, ये इंसान नहीं। हो सकता है कि अंदरों ये डंगरी हो, ये अजे पशु ही होवे। क्यों मेरे दाता जी ने गल कही, जामा इंसान दा है, वेखण विच इंसान है, दर हकीकत इंसान नहीं। चलो होर गल सौखी कर देने आ, मेरे दाता जी आखदे ने करतूत पशु की मानस जात, फिर बंदा घड़ाउण दे ते काबल नहीं। जफर आदमी उसको ना जानिएगा, ओनू कदे भी इंसान ना समझ लेना, जिहदे अंदरों इंसानियत दे गुण मर गए हो, जिहदे अंदरों धर्म की किरत खत्म हो गई होवे, जिहदे अंदरों वंड के छकण की इंसानियत खत्म हो गई होवे, जेड़ा ये गल मूँह चों तो कहे पर कदे करदा ना होवे, ते ओनू समझ लेना इंसान के जामे विच डंगर ही है, होर कुछ नहीं। क्योंकि मेरे दाता जी ने जिहड़ी नींह रखी है ना, वो है नानक नाम चढ़दी कला तेरे भावे सरबत दा भला।
सब तो वड्डा इंसानी गुण अंदर होवे ते इंसान कहाउण दे लायक हो सकदा है। एक अदीब ने लिखा ना कि इंसानों से देवतों से बनना इंसान बेहतर, पर इसमें मेहनत ज्यादा लगती है। देवता बनना सौखा हो सकता है पर इंसान बनना बहुत औखा है। मेरे दादा जी आखते ने जेड़ा इंसान बन जाए ना वो भगवान बनने के काबिल बन जाता है, क्योंकि इंसानियत के गुण परमात्मा के गुण निर्भाव ते निर्वैर बनना बड़ा जरूरी। ते उस वक्त ये दशा जिहड़ी बन चुकी सी ते सतगुरु गुरु नानक देव साहब सच्चे पातशाह जी ने देह रूप धारण की। मैं आप जी दे नाल गुरु नानक देव साहब सच्चे पातशाह जी का प्रसंग साझा करना। 550 साला शताब्दी के संबंध में एक बारी सारी संगत गज के आखियो सतनाम। मेरी तसल्ली वास्ते गज के कृपा करो सतनाम। सतगुरु गुरु नानक देव साहब सच्चे पातशाह जी राय भोए की तलवंडी तो थोड़ियां जिहां तुहानूं परिवारक रिश्तेदारियां की जानकारी देन लगा, फिर अगे चलांगा, गल बन जाएगी। सतगुरु गुरु नानक देव पातशाह जी दे बारे असी राय भोए की तलवंडी की गल जरूर करते, क्योंकि उन्हां दा पिंड है, उत्थे जन्म स्थान गुरुद्वारा श्री ननकाना साहिब है। ये राय भोए का पिता है मुकंद राय। मुकंद राय है राजपूत, ओदा पुत्र है राय भोए। राय भोए की सांझ है बाबा राम नारायण बेदी दे नाल। बाबा राम नारायण बेदी ते राय भोए आपसी सांझ रखते हैं। तुहानूं पंजाब जाण दा मौका मिले, तुसीं पंजाब जांदे हो, तरनताਰਨ साहिब दे इलाके दे विच विचरना, उत्थे लुहारा पिंड, लुहार का पिंड, मुंडा पिंड, फतेहाबाद, एक पिंड का नाम है तरनताਰਨ दे लागे पिंड का नाम है पट्ठेविंडपुर। पिंड का नाम याद रख लेना, पिंड पट्ठेविंडपुर है ते तरनताਰਨ दे बिल्कुल नजदीक पिंड पैंदा है। इस पिंड दे विच गुरुद्वारा साहिब बनिया होया है, गुरुद्वारा जन्म अस्थान पिता बाबा मेहता कल्याण दास जी। सतगुरु गुरु नानक देव साहब सच्चे पातशाह जी के पिता का जन्म ये पिंड पट्ठेविंडपुर का है। हुण उत्थे राय भोए की तलवंडी च कदों गए ते किवें गए उसकी विचार। राय भोए नूं जमीन मिली तकरीबन 39,000 एकड़ जमीन का मालक है राय भोए। हिंदू राजपूत जदों मुसलमान बनते सन जगीरां वाधू मिलदियां सी, जगीर मिली। अज कल बाबा बंदा सिंह बहादुर की कृपा हुई, बाबा बंदा सिंह बहादुर ने जिहड़े जमीनां वाहण वाले मुजारे सन वो जमीनां दे मालक बना दिते। उस तो पहलों जिहड़े जमीनां दे मालक इहो जिहे राय भोए वर्गे जगीरदार जमीनां दे मालक होया करदे सन। जमीन वाहण वाला मुजारा अखवाउंदा मालक जगीरदार जिमीदार चौधरी होया करदे सन। अज वांग पटवारी पिंडां दा जां जिले दा नहीं, उदों जे मलकीयत निजी है, जायदाद निजी है तो पटवारी भी निजी सन। पटवारी कल कुनेजी की 500 किला पैली उन्होंने 4-5 पटवारी चाहिए, जिहदी 1000 उन्होंने वध पटवारी। ये भी याद रखना मेहता शब्द जिहड़ा है ना वो मान लो 100 पटवारी के उपर जिहड़ा एक पटवारी हुंदा उसनूं मेहता पटवारी आखिया जाता, तां बाबा जी का नाम मेहता कल्याण दास जी कहने। राय भोए ने क्या बाबा राम नारायण बेदी जी नूं कि मैनू हुण अपना पटवारी एक मेहता चाहिए, बड़ा ईमानदार होवे। बाबा राम नारायण बेदी कहन लगे मेरे शरीर च इन्नी जान नहीं रह गई, बुजुर्ग हो चुका हाँ, पर मेरा पुत्र बड़ा लायक इहनूं पटवारी बना दे। उस पटवारी का नाम है बाबा शिवराम बेदी। बाबा शिवराम बेदी पटवारी बने। राय भोए के परिवार नाल सां चली, समा आया मुकंद राय संसार तो चला गया। मुकंद राय का पुत्र राय भोए संसार तो विदा हो गया। बाबा राम नारायण बेदी संसार तो विदा हो गए ते मगर बचिया बाबा शिवराम बेदी। बाबा शिवराम बेदी का विआह देवी दे नाल इन्हां दे घर पुत्र पैदा होया बाबा मेहता कल्याण दास, जिन्हां नूं असीं मेहता कालू जी कहने आ। दूसरा पुत्र होया ओहदा नाम है बाबा लालू जी, गुरु नानक पातशाह जी दे चाचा जी का नाम लालू जी, उन्हां दे पिता का नाम कालू जी। पिंड पट्ठेविंडपुर इन्हां दा जन्म स्थान। जदों
ਰਾਏ ਭੋਏ ਨੇ ਜ਼ਮੀਨ ਲਈ ਵੱਧ ਗਈ, ਉੱਥੇ ਪਿੰਡ ਵਸਾਇਆ, ਪਿੰਡ ਦਾ ਨਾਮ ਰੱਖਿਆ ਤਲਵੰਡੀ। ਤੇ ਇਹ ਜਿਹੜੇ ਤਲਵੰਡੀ ਪਿੰਡ ਵਸਾਇਆ, ਹੁਣ ਤੁਹਾਡੇ ਚੋਂ ਕਿਸੇ ਅਮੀਰ ਬੰਦੇ ਨੇ ਕਲੋਨੀ ਵਸਾਉਣੀ ਹੋਵੇ ਨਾ, ਉਹ ਪਲਾਟ ਬੰਦੀ ਕੱਟ ਕੇ ਪਹਿਲਾਂ ਆਪਣੇ ਸੱਜਣਾ ਨੂੰ ਨੇੜੇ ਲੈ ਕੇ ਜਾਂਦਾ, ਉੱਥੇ ਸਾਰੀਆਂ ਸਹੂਲਤਾਂ ਰੱਖਦਾ ਹੈ, ਕਿਉਂਕਿ ਪਿੰਡ ਵਸਾਉਣਾ, ਪਿੰਡ ਵਸਾਇਆ ਗਿਆ। ਪਿੰਡ ਦੇ ਨਾਲ ਜਿਹੜੇ ਸੱਜਣ ਸਨ ਉਹ ਵੀ ਇਸ ਪਰਿਵਾਰ ਨੂੰ ਉਹ ਰਾਏ ਭੋਏ ਦੀ ਤਲਵੰਡੀ ਲੈ ਗਿਆ। ਰਾਏ ਭੋਏ ਦੀ ਤਲਵੰਡੀ ਇਸ ਕਰਕੇ, ਇਹ ਪਿੰਡ ਤਲਵੰਡੀ ਰਾਏ ਭੋਏ ਨੇ ਵਸਾਇਆ ਹੋਣ ਕਰਕੇ ਇਹ ਤਲਵੰਡੀ ਰਾਏ ਭੋਏ ਦੀ ਵਸਾਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਦਾ ਨਾਮ ਹੈ ਮਹਿਤਾ ਕਲਿਆਣ ਦਾਸ, ਉਹਨਾਂ ਦੇ ਦਾਦਾ ਦਾਦੀ ਦਾ ਨਾਮ ਹੈ ਬਾਬਾ ਸ਼ਿਵ ਰਾਮ ਬੇਦੀ ਬਨਾਰਸੀ ਦੇਵੀ, ਦਾਦਾ ਦੇ ਪਿਤਾ ਜੀ ਦਾ ਨਾਮ ਪੜਦਾਦਾ ਜੀ ਬਾਬਾ ਰਾਮ ਨਾਰਾਇਣ ਬੇਦੀ। ਬਾਬਾ ਮਹਿਤਾ ਕਲਿਆਣ ਦਾਸ ਜੀ ਦਾ ਵਿਆਹ ਹੋਇਆ ਬੀਬੀ ਤ੍ਰਿਪਤਾ ਦੇਵੀ ਦੇ ਨਾਲ। ਲਾਹੌਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਚਾਹਲ, ਗੁਰੂ ਨਾਨਕ ਦੇ ਨਾਨਕੇ ਪਿੰਡ ਚਾਹਲ। ਗੁਰੂ ਨਾਨਕ ਸਾਹਿਬ ਦੀ ਮਾਤਾ ਤ੍ਰਿਪਤਾ ਜੀ, ਮਾਸੀ ਦਾ ਨਾਮ ਮਾਸੀ ਲਖੋ ਜੀ, ਮਾਮਾ ਕ੍ਰਿਸ਼ਨ ਚੰਦ ਜੀ, ਨਾਨਾ ਭਾਈ ਰਾਮਾ ਜੀ, ਨਾਨੀ ਮਾਤਾ ਪਿਰਾਈ ਜੀ। ਇਹ ਨਾਨਕਾ ਪਰਿਵਾਰ ਹੈ। ਜਦੋਂ ਨਾਨਕੇ ਰਹਿੰਦੇ ਹੋਇਆ 23 ਮਈ 1464 ਨੂੰ ਬੇਬੇ ਨਾਨਕੀ ਜੀ ਦਾ ਜਨਮ ਹੋਇਆ। ਗੱਜ ਕੇ ਆਖਿਓ ਸਤਨਾਮ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਵਤਾਰ 1469 ਈਸਵੀ ਦਾ, 1464 ਵਿੱਚ ਬੇਬੇ ਨਾਨਕੀ ਦਾ 5 ਸਾਲ ਦਾ ਲਗਭਗ ਫਰਕ ਹੈ। ਫਿਰ ਇੱਕ ਹੋਰ ਪਰਿਵਾਰ ਦੀ ਗੰਢ ਇਸ ਪਰਿਵਾਰ ਦੇ ਨਾਲ ਜੁੜਦੀ ਹੈ, ਜਿਹੜਾ ਕਿ ਅਸੀਂ ਭਾਈ ਗੁਰਦਾਸ ਜੀ ਦੀ ਇੱਕ ਤੁਕ ਲੈ ਕੇ ਅਸੀਂ ਇਤਿਹਾਸ ਤੋਂ ਬੜੀ ਵਾਰ ਮੁਨਕਰ ਹੋ ਚੁੱਕੇ ਹਾਂ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੇ ਮੁਆਫ ਕਰਨਾ, ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਢਾਡੀਆਂ ਇਤਿਹਾਸ ਪੜ੍ਹਨਾ ਸੁਣਾਉਣਾ ਮੇਰੀ ਡਿਊਟੀ ਹੈ। ਪਰ ਭਾਈ ਗੁਰਦਾਸ ਜੀ ਨੇ ਕਿਤੇ ਕਿਤੇ ਕਿਸੇ ਦਾ ਜ਼ਿਕਰ ਤਾਂ ਪਾਇਆ, ਪਰ ਪ੍ਰੋਪਰ ਇਤਿਹਾਸ ਨਹੀਂ ਲਿਖਿਆ। ਤੇ ਜਿਨ੍ਹਾਂ ਹੋਰਨਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਨਹੀਂ ਅੰਕਿਤ ਕੀਤੇ ਤੇ ਕੀ ਕਵਾਂਗੇ, ਉਹ ਕਿਰਦਾਰ ਨਹੀਂ ਹੈਗੇ। ਇੱਕ ਹੋਰ ਮਹਾਂਪੁਰਸ਼ ਦਾ ਜਨਮ ਹੋਇਆ ਹੈ, ਉਹਦਾ ਨਾਮ ਹੈ ਤੇਜਭਾਨ ਚੰਦਰਭਾਨ ਜੀ ਸੰਧੂ ਸਾਹਿਬ। ਉਹਨਾਂ ਦੇ ਘਰ 17 ਦਸੰਬਰ 1464 ਨੂੰ ਜਨਮ ਹੋਇਆ ਭਾਈ ਬਾਲਾ ਜੀ ਸੰਧੂ ਸਾਹਿਬ ਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਹੁਕਮ ਲੱਗਾ ਪਿਤਾ ਦਾ 20 ਰੁਪਈਆਂ ਦੀ ਰਾਸ ਲੈ ਕੇ ਜਦੋਂ ਸੌਦਾ ਕਰਨ ਗਏ ਨੇ, ਉਦੋਂ ਬਾਲਾ, ਸੁਣਿਓ ਇੱਕ ਵਿਦਵਾਨ ਦਾ ਕਥਨ ਹੈ, ਮੇਰਾ ਨਹੀਂ, ਉਹ ਕਹਿੰਦਾ ਬਾਲਾ ਸਾਥੀ ਨਾਨਕ ਨਾਲ ਰਲਿਆ, ਇਕੱਠਾ ਹੋ ਗਿਆ ਜੁੱਟ ਵਪਾਰੀਆਂ ਦਾ, ਉਹ ਪੱਲੇ 20 ਰੁਪਈਆਂ ਦੀ ਰਾਸ ਲੈ ਕੇ ਚੱਲਿਆ ਵਣਜ ਨੂੰ ਪੁੱਤ ਬਿਹਾਰੀਆਂ ਦਾ। ਲੋਕ ਆਖਦੇ ਚੱਲਿਆ ਸੌਦਿਆਂ ਨੂੰ, ਅੱਜ ਵਿਗੜਿਆ ਪੁੱਤ ਪਟਵਾਰੀਆਂ ਦਾ। ਮਾਤਾ ਦਹੀਂ ਖਵਾ ਕੇ ਮੱਤ ਦਿੱਤੀ, ਕਿਉਂਕਿ ਮਾਤਾ ਦੇ ਮਨ ਦੇ ਅੰਦਰ ਵਿਚਾਰ ਇਹਦਾ ਨਾ ਕਿ ਦਹੀਂ ਖਾ ਕੇ ਜਾਵੇ ਤੇ ਪੁੱਤ ਪੇਪਰ ਸੋਹਣਾ ਕਰਕੇ ਆਵੇਗਾ। ਮਾਤਾ ਦਹੀਂ ਖਵਾ ਕੇ ਮੱਤ ਦਿੱਤੀ, ਪਿਤਾ ਦੱਸਿਆ ਢੰਗ ਵਿਹਾਰੀਆਂ ਦਾ। ਪੱਲੇ 20 ਰੁਪਈਆਂ ਦੀ ਰਾਸ ਲੈ ਕੇ ਜਦੋਂ ਵਪਾਰ ਕਰਨ ਗਏ ਨੇ, ਤੇ ਫਿਰ ਜਦੋਂ ਅੱਗੇ ਵਪਾਰ ਵੇਖਿਆ ਨਾ, ਕਹਿੰਦਾ ਸੌਦਾ ਵੇਖ ਸਵਲੜਾ ਮਨ ਭਾਉਂਦਾ, ਰਾਸ ਇਸ ਵਣਜਾਰੇ ਨੇ ਲਾ ਦਿੱਤੀ। ਪੜਤਾ ਵੇਖਿਆ ਨਾ ਕੋਈ ਭਾਅ ਕੀਤਾ, ਅੱਖਾਂ ਮੀਚ ਕੇ ਸਾਈ ਫੜਾ ਦਿੱਤੀ। ਜਦੋਂ 20 ਰੁਪਈਆਂ ਦੀ ਸਾਈ ਫੜਾਈ ਹੈ, ਫਿਰ ਇੱਕ ਵਿਦਵਾਨ ਕਰਤਾ ਕਹਿੰਦਾ ਹੈ ਇਹ ਕਿਸੇ ਸਿਆਣੇ ਨੂੰ ਉਮੀਦ ਨਹੀਂ ਸੀ, ਸਮਝਿਓ, ਕਿਸੇ ਸਿਆਣੇ ਨੂੰ ਉਮੀਦ ਨਹੀਂ ਸੀ ਕਿ ਨਫਾ ਵੀ ਇਸ ਨੇ ਉਮੀਦ ਲੈਣਾ। ਕਿਹੜਾ ਜਾਣਦਾ ਸੀ 20 ਛੱਲੜਾਂ ਤੋਂ ਇਹਨੇ ਰੱਬ ਦਾ ਝੁਗਾਈ ਖਰੀਦ ਲੈਣਾ। ਸਾਨੂੰ ਖਰੀਦਣਾ ਨਹੀਂ ਆਇਆ, ਪਰ ਗੁਰੂ ਨਾਨਕ 20 ਛੱਲੜਾਂ ਤੋਂ ਖਰੀਦ ਕੇ ਲੈ ਗਿਆ। ਤੇ ਸਾਨੂੰ ਵੀ ਬਾਬੇ ਨੇ ਸਮਝਾਇਆ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੌਦਾ ਕਰਕੇ ਆਏ। ਹੁਣ ਦੂਸਰੀ ਰਿਸ਼ਤੇਦਾਰੀ ਇੱਕ ਹੋਰ ਸੁਣੋ। ਇਧਰੋਂ ਰਾਏ ਭੋਏ ਤੇ ਰਾਏ ਭੋਏ ਦਾ ਪਿਤਾ ਮੁਕੰਦ ਰਾਏ ਸੰਸਾਰ ਤੋਂ ਚਲੇ ਗਏ, ਤੇ ਮਗਰ ਕੌਣ ਆਇਆ? ਉਸ ਦਾ ਨਾਂ ਪੁੱਤਰ ਹੈ ਰਾਏ ਬੁਲਾਰ। ਰਾਏ ਬੁਲਾਰ ਦਾ ਵਿਆਹ ਬੇਗਮ ਖੋਖਰਾਂ ਦੇ ਨਾਲ ਹੋਇਆ। ਰਾਏ ਬੁਲਾਰ ਦੀ ਸਕੀ ਭੈਣ ਰਾਏ ਭੋਏ ਦੀ ਸਕੀ ਬੇਟੀ ਆ ਸੁਲਤਾਨਪੁਰ ਲੋਧੀ ਦਾ ਹਾਕਮ ਹੈ ਨਵਾਬ ਦੌਲਤ ਖਾਨ, ਇਹਦੇ ਨਾਲ ਵਿਆਹੀ ਹੋਈ ਸੀ। ਰਾਏ ਭੋਏ ਦਾ ਦੌਲਤ ਖਾਨ ਨਵਾਬ ਜਵਾਈ ਹੈ। ਇਹ ਰਹਿੰਦੇ ਨੇ ਦੌਲਤਪੁਰ, ਵਾਹਿਗੁਰੂ, ਦੌਲਤ ਖਾਨ ਸੁਲਤਾਨਪੁਰ ਲੋਧੀ ਰਹਿੰਦਾ ਹੈ। ਰਾਏ ਭੋਏ ਦੀ ਤਲਵੰਡੀ 'ਚ ਪਰਿਵਾਰ ਰਹਿੰਦਾ ਹੈ। ਰਾਏ ਭੋਏ ਦਾ ਪਰਿਵਾਰ ਤੇ ਪਟਵਾਰੀਆਂ ਦਾ ਪਰਿਵਾਰ ਪਿਛਲੀ ਪੀੜ੍ਹੀ ਤੋਂ ਚੱਲਿਆ ਆ ਰਿਹਾ। ਇਹਨਾਂ ਦੀ ਸਾਂਝ ਹੈ।
घर दे विच बेबे नानकी उन्हां वेलियां दे विच विआह जल्दी हो जाते सन। राय बुलार ने आख्या पटवारी जी नानकी दा रिश्ता करिए, मैनू एक रिश्ता बड़ा प्यारा लभा है। बेबे नानकी दा रिश्ता राय बुलार जी ने करवाया। अपने भणवैये अपने जीजे दौलत खां दे कोल एक पटवारी है, उसका नाम है पटवारी परमानंद। परमानंद रहने वाला कपूरथले दा। ये परमानंद दा पुत्र है दीवान है। जिवें आप सत्कारयोग आप जिस स्थान ते बैठे हाँ, शहीद भाई मती दास साहब जी ये भी गुरु घर दे दीवान सन। ते दीवान दा औहदा बहुत वड्डा हुंदा है। दीवान दा सारा जेड़ा भी गुरु घर दा खर्च है ना, पैसा आना कित्थों आ, पैसा जाना किधर है, ये सारा कुछ हत्थां चों निकलदा। वो सारी जिम्मेवारी दीवान दी हुंदी है। ते दौलत खां दा जेड़ा दीवान है वो पटवारी परमानंद दा पुत्र है ते उसका नाम है जयराम, जिहदा बेबे नानकी नाल विआह होया ते असीं कहने आ भाईया जयराम। भाईया जयराम जदों पिंड आउंदे ने तकना इत्थे दो गल्लां ने। 20 रुपइया का सौदा खरा सौदा करके आए मेरे सतगुरु। आप जी जानते हो प्यो पुत की विगड़नी शुरू हुई जदों बेबे नानकी का मुकलावा आया। बेबे नानकी के मुकलावे ते सोने की मुंदरी गुरु नानक देव पातशाह जी को पहनाई गई। जदों मुंदरी पहनाई गई है तो सतगुरु का सुभाव है, मासी लखो आई, उन्होंने कपड़े दे दिते। कपड़े बाहर गए ने नानक फिर के जदों वापस आए तो नंगे ही आ गए। तो मासी ने पूछा नानक जी एडे सोहने कपड़े पवाए सन, 5 साल की नानक जी की उम्र है, 5 साल। ते सवाल किया मासी ने नानक जी कपड़े, मासी जिन्हों लोड़ सी उन्होंने कपड़े दे आया, उन्हों तन ढक आया। हुण नानक लाडला सी। मासी ने कुछ ना कहा पर इन्नी गल जरूर कही, नी तृप्ता गुस्सा ना करी भैने, रब ने तेनू पिछली उम्र पुत्रता दे दिता पर है निरा कमला। उस वक्त मासी नू बाल होने वाला सी। फिर गुरु नानक ने आख्या मासी जेड़ा तेरे होने वाला मैथों वड्डा कमला। गज के आख्यो सतनाम। गुरु नानक पातशाह जी का वचन होया क्योंकि मासी दे मुताबिक कमला होर तरीके दा, गुरु नानक दे मुताबिक कमला होर तरीके दा। ओ सन बाबा राम थम्मण जी अवधूत बैरागी साधु। बाबा बंदा सिंह बहादुर लक्ष्मण देव साधुआं नाल चल के पहलों उत्थे बाबा राम थम्मण दे डेरे रहा। मासी जी का पुत्र है बाबा राम थम्मण गुरु नानक पातशाह जी का। गुरु नानक पातशाह जी का सुभाव देण वाला सी, दान करने वाला। एक कपटी नागा साधु आया, उन्हें छलवल करने यत्न किए। गुरु नानक ने आख्या बहुत छलवल नहीं करी दी, मुंदरी चाहिए लै जा। वो मुंदरी दे आए। फिर इतिहास का करता कहता है कि गुरु नानक पातशाह जी को थप्पड़ तो लग गया। जो थप्पड़ वजा है ना, फिर राय बुलार बहुत ज़्यादा शरधा रखता सी क्योंकि ये भी कहनी गल कुथा नहीं होगी कि डंगर चारदा जो सप ने साया की। हुण इत्थे बहुती जिहड़ी असी ज़्यादा ज्ञान का रसा को रिड़कना पा के घोटते हैं ना, जे इन्नी गल मैं कह रहा है कि सप ने गुरु नानक के उपर अपना आकार वड्डा करके छां की है। जे आप कहांगे नहीं की तो फिर किन्नी क वडियाई है, फिर किन्ना क वडियाई च वाधा हो जाता। गुरु नानक पातशाह जी के जीवन विचों ये वेख लीए कि उन्होंने वृक्षां ने छावां कीतियां ने, उन्होंने जानवरां ने छावां कीतियां ने। पशु प्रेत मुग्ध को तारे पाहन पार उतारे। ये कला ऐसा नहीं कि कला मनुख ही तरिया है, पशु बिरती वाले की पशु भी तरिया है। कि गुरु साहब के घोड़ियां दे असीं जस नहीं गाउंदे, कि गुरु साहब के घर विच रहण वाले जीवां दा उधार नहीं। ये मेरे वाहिगुरू की वडियाई बेअंत है। जिन्नी तुहाडे तो वडियाई की जाती सिर्फ पातशाह की वडियाई करया करो। गुरु नानक साहब सच्चे पातशाह जी नूं इस तरह हालात विच वेख के राय बुलार ने आख्या पटवारी जी मैं तुहानूं कितनी बार कह चुकिया हाँ कि नानक नूं कुछ नहीं कहना। ये अगर जिन्ना घर लुटाउंदा लुटाउण दिओ ते मेरे ते आ जिन्नी जमीन जायदाद है पटवारी तुसीं तुहाडे हत्थ सारा कुछ है, जिन्ना चाहिदा तुसीं इधरों पूरा कर लिया करो। अखीर हुण इन्नी प्यो पुत दी बिगड़दी चंगी नहीं गल, बैठो सारे, सारियां नूं बिठा लिया गया। अज तुसीं पाकिस्तान दा माल महकमा, वो जिथे माल महकमे का रिकॉर्ड हुंदा ना, वो तुसीं चेक करके देख सकते हो। यूट्यूब ते राय बुलार दी जिहड़ी पीढ़ी चलती आ रही है
ਉਹਨਾਂ ਦੇ ਵਿੱਚੋਂ ਜਿਹੜਾ ਉਹ ਭਲੇ ਲੋਕ ਮਹਾਂਪੁਰਸ਼ ਨੇ ਉਹਨਾਂ ਨੇ ਵੀ ਬਿਆਨ ਕੀਤਾ ਹੈ। ਇਹ ਗੱਲ ਅਤ ਕਥਨੀ ਨਹੀਂ, ਅਟਲ ਸੱਚਾਈ ਹੈ। ਰਾਏ ਬੁਲਾਰ ਨੇ ਆਖਿਆ ਪਟਵਾਰੀ ਜੀ ਲਿਆਓ, ਕੱਢੋ ਫਰਦਾ, ਕੱਢੋ ਕਾਗਜ਼, ਮੈਂ 18,000 ਏਕੜ ਜ਼ਮੀਨ ਆਪਣੀ ਗੁਰੂ ਨਾਨਕ ਦੇ ਨਾਮ ਲਵਾਉਂਗਾ। 18,000 ਏਕੜ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਪਾਕਿਸਤਾਨ ਵਿੱਚੋਂ ਬੋਲਦੀ ਹੈ। ਉਹ ਪਾਕਿਸਤਾਨ ਦੇ ਵਿੱਚ ਜਿਹੜੇ ਵਾਹੁੰਦੇ ਨੇ ਗੁਰੂ ਨਾਨਕ ਦੀ ਜ਼ਮੀਨ ਨਜ਼ਾਰੇ ਲੈਂਦੇ ਨੇ। ਫਿਰ ਕੀ ਹੋਇਆ? ਫੈਸਲਾ ਕਿ ਭੈਣ ਨਾਨਕੀ ਦੇ ਨਾਲ ਤੋੜ ਦਿੱਤਾ ਜਾਏ। ਬੇਬੇ ਨਾਨਕੀ ਦੇ ਨਾਲ ਗੁਰੂ ਨਾਨਕ ਨੂੰ ਸੁਲਤਾਨਪੁਰ ਲੋਧੀ ਭੈਣ ਦੇ ਕੋਲ ਤੋੜ ਦਿੱਤਾ ਗਿਆ ਹੈ। ਹੁਣ ਉੱਥੇ ਵੀ ਸਾਧੂ ਬਿਰਤੀ ਹੈ। ਮੇਰੇ ਪਾਤਸ਼ਾਹ ਜੀ ਦਾ ਜਿਹੜਾ ਜਸ ਕਰਦੇ ਨੇ, ਆਪਦੇ ਸੰਗੀਆਂ ਦੇ ਨਾਲ ਮਿਲਦੇ ਨੇ, ਜਦੋਂ ਚੁੱਪ ਵੇਖਿਆ ਭਾਈਆ ਜੈ ਰਾਮ ਜੀ ਨੇ ਦੌਲਤ ਖਾਂ ਦੇ ਕੋਲ ਇੱਕ ਤੋਲੇ ਦੀ ਨੌਕਰੀ ਸੀ ਮੋਦੀ ਖਾਨੇ ਦੇ ਵਿੱਚ, ਕਿਉਂਕਿ ਉਹਨੇ ਜਿੰਨੇ ਤੋਲੇ ਆਏ ਨਾ ਉਹਨਾਂ ਦੇ ਵਿੱਚੋਂ ਬੇਈਮਾਨ ਬੜੇ ਸਾਬਤ ਹੋਏ। ਫਿਰ ਭਾਈਆ ਜੈ ਰਾਮ ਜੀ ਨੇ ਨਵਾਬ ਦੌਲਤ ਖਾਨ ਨੂੰ ਕਹਿ ਕੇ ਗੁਰੂ ਨਾਨਕ ਨੂੰ ਮੋਦੀ ਖਾਨੇ ਤੋਲਾ ਲਾ ਦਿੱਤਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਦੀ ਕਾਰ ਕਰਨ ਲੱਗ ਪਏ। ਤੇ ਆਪ ਜਾਣਦੇ ਹੋ ਜਿਹੜਾ ਵੀ ਲੈ ਕੇ ਜਾਂਦਾ 13 13 13 13 ਕਰਕੇ ਤੋਲੀ ਗਏ। ਹੁਣ ਜਦੋਂ 13 13 ਕਰਕੇ ਸੌਦਾ ਤੁਲਦਾ ਹੈ, ਸ਼ਿਕਾਇਤ ਹੋਈ, ਇੱਕ ਵਾਰ ਹਿਸਾਬ ਹੋਇਆ, ਦੂਸਰੀ ਵਾਰ ਸ਼ਿਕਾਇਤ ਹੋਈ, ਹਿਸਾਬ ਹੋਇਆ 750 ਰੁਪਇਆ ਦੌਲਤ ਖਾਨ ਦੇਣ ਵਾਲਾ ਨਿਕਲਿਆ, ਉਹਨਾਂ ਦੇ ਹੱਕ ਪਾਸੇ ਨਿਕਲਿਆ। ਫਿਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਹੀ ਸਤਿਗੁਰੂ ਜੀ ਦਾ ਵਿਆਹ ਹੋਇਆ। ਅੱਜ ਵੀ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਤੇ ਸੁਲਤਾਨਪੁਰ ਲੋਧੀ ਤੋਂ ਜੰਜ ਬਟਾਲੇ ਪਹੁੰਚਦੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ ਮੂਲਾ ਚੌਣਾ ਗੋਤ ਦਾ ਮੂਲਾ ਖੱਤਰੀ, ਉਹਨਾਂ ਦੀ ਧਰਮ ਸੁਪਤਨੀ ਬੀਬੀ ਚੰਦੋ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਹੋਇਆ। ਹੁਣ ਆਓ ਤੱਕੀਏ, ਪਰਿਵਾਰ ਰਹਿ ਰਿਹਾ ਸੁਲਤਾਨਪੁਰ ਲੋਧੀ, ਭਰਾ ਭੈਣ ਦੇ ਘਰ ਵਿੱਚ ਰਹਿ ਰਿਹਾ ਏ। ਤੇ ਮਾਤਾ ਤ੍ਰਿਪਤਾ ਜੀ ਗਏ, ਨਾਨਕੀ ਮੇਰਾ ਦਿਲ ਕਰਦਾ ਪੋਤਰੇ ਖਿਡਾਉਣ ਨੂੰ, ਤੇ ਇਹ ਸਾਧ ਬਿਰਤੀ ਦਾ ਮਾਲਕ ਹੈ। ਭੈਣ ਨੇ ਆਖਿਆ ਇਹਨੂੰ ਸਮਝਣ ਦਾ ਯਤਨ ਕਰਨਾ, ਭੈਣ ਦੇ ਘਰ ਭਰਾ ਰਹਿ ਰਿਹਾ ਹੋਵੇ ਨਾ, ਸੋ ਸਕਦਾ ਕਿ ਸਾਨੂੰ ਸ਼ਰਮ ਨਾ ਹੋਵੇ ਵੀ ਭੈਣ ਦੇ ਘਰ ਵਿੱਚ ਪਤਨੀ ਦੇ ਨਾਲ ਕਿਵੇਂ ਰਹਿਣਾ, ਪਰ ਗੁਰੂ ਨਾਨਕ ਨੂੰ ਤਾਂ ਸੀ। ਫਿਰ ਬੇਬੇ ਨਾਨਕੀ ਜੀ ਨੇ ਇੱਕ ਘਰ ਵੱਖਰਾ ਲੈ ਕੇ ਦਿੱਤਾ, ਘਰ ਵੱਖਰਾ ਬਣਾ ਕੇ ਦਿੱਤਾ ਗਿਆ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ ਦਾ ਜਨਮ ਹੋਇਆ। ਤੇ ਜਦੋਂ ਦੋ ਬੱਚੇ ਛੋਟੇ ਛੋਟੇ ਹੋ ਗਏ, ਉਧਰੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵੇਲੇ ਅਕਾਲ ਪੁਰਖ ਨੇ ਸੱਦ ਭੇਜਿਆ ਮਾਹੀ ਦਾ ਸੱਦ ਗਾਉਣ ਵਾਸਤੇ। ਅੰਮ੍ਰਿਤ ਵੇਲੇ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਪਹੁੰਚੇ ਨੇ, ਬਾਹਰ ਕੱਪੜੇ ਲਾ ਦਿੱਤੇ, ਵੇਈ ਨਦੀ ਦੇ ਵਿੱਚ ਟੁੱਬਾ ਮਾਰ ਲਿਆ ਤੇ ਇਧਰੋਂ ਅੰਮ੍ਰਿਤ ਵੇਲਾ ਬੀਤ ਗਿਆ, ਸੂਰਜ ਚੜਿਆ ਏ। ਸੂਰਜ ਨੇ ਆਪਣਾ ਰੰਗ ਵਿਖਾਇਆ, ਰੰਗ ਵਟਾਇਆ, ਗਰਮ ਹੋ ਗਿਆ। ਉਧਰੋਂ ਸਾਰੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਹਾਹਾਕਾਰ ਮਚ ਗਈ। ਨਾਨਕ ਇਸ਼ਨਾਨ ਕਰਨ ਵਾਸਤੇ ਗਿਆ, ਵਾਪਸ ਨਹੀਂ ਨਿਕਲਿਆ। ਉਧਰੋਂ ਭਾਈਆ ਜੈ ਰਾਮ ਜੀ ਨੇ ਬੜੇ ਬੜੇ ਗੋਤੇਖੋਰ ਜਲਦੀ ਨਾਲ ਇਕੱਠੇ ਕੀਤੇ, ਗੋਤੇਖੋਰਾਂ ਨੇ ਡੁੱਬੀਆਂ ਮਾਰੀਆਂ ਵੇਈ ਨਦੀ ਦੇ ਵਿੱਚ। ਇਧਰੋਂ ਦੌਲਤ ਖਾਨ ਵੀ ਆਇਆ, ਉਸਨੇ ਪੂਰਾ ਯਤਨ ਲਾਇਆ ਕਿ ਨਾਨਕ ਨੂੰ ਨਾਨਕ ਕਿਸੇ ਨੂੰ ਲੱਭਾ ਨਾ। ਅਖੀਰ ਲੋਕਾਂ ਨੇ ਮੰਨ ਲਿਆ ਕਿ ਨਾਨਕ ਵੇਈ ਨਦੀ ਦੇ ਵਿੱਚ ਡੁੱਬ ਗਿਆ ਹੈ। ਇਹ ਸਾਰੀਆਂ ਖਬਰਾਂ ਜਦੋਂ ਪਹੁੰਚੀਆਂ ਨੇ ਬੇਬੇ ਨਾਨਕੀ ਦੇ ਕੋਲ, ਬੇਬੇ ਨਾਨਕੀ ਦੌੜ ਕੇ ਆਪਣੀ ਭਰਜਾਈ ਆਪਣੀ ਭਾਬੀ ਦੇ ਕੋਲ ਗਈ ਹੈ, ਉਸ ਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਕੇ ਆਖਿਆ ਹੈ, ਇਧਰੋਂ ਬੈਠੇ ਨੇ ਤੇ ਖਬਰਾਂ ਆ ਰਹੀਆਂ ਨੇ। ਜਿਹੜੀਆਂ ਖਬਰਾਂ ਆਈਆਂ, ਲੋਕਾਂ ਨੇ ਭੈਣ ਨਾਨਕੀ ਬੇਬੇ ਨਾਨਕੀ ਨੂੰ ਕੀ ਆਖਿਆ, ਸੁਣੀਏ ਜਰਾ ਢਾਡੀ ਜੱਥਾ ਕਿਉਂ ਕਹਿੰਦਾ ਜੀ।
ਸਾਰੀ ਸੰਗਤ ਗੱਜ ਕੇ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਬੇਬੇ ਨਾਨਕੀ ਨੂੰ ਜਾ ਕੇ ਇਹ ਸਹੇਲੀਆਂ ਵੱਲੋਂ ਸਖੀਆਂ ਵੱਲੋਂ ਖਬਰਾਂ ਪਹੁੰਚੀਆਂ ਨੇ ਕਿ ਭੈਣੇ ਨਹੀਂ ਤੇਰਾ ਵੀਰ ਪਿਆਰਾ ਇਕਲੌਤਾ ਤੇਰੀ ਅੱਖ ਦਾ ਤਾਰਾ ਜ਼ਿੰਦਗੀ ਦੀ ਬਾਜੀ ਹਾਰ ਗਿਆ, ਉਹ ਨਦੀ ਵਿੱਚ ਡੁੱਬ ਕੇ ਮਰ ਗਿਆ। ਬੇਬੇ ਨਾਨਕੀ ਨਾ ਡੋਲੀ ਨਾ ਥਿੜਕੀ। ਜਦੋਂ ਆਪਣੀ ਭਰਜਾਈ ਦੀਆਂ ਅੱਖਾਂ ਨਮ ਵੇਖੀਆਂ, ਨਨਾਣ ਭਰਜਾਈ ਦਾ ਪਿਆਰ ਬਹੁਤ ਸੀ ਭੈਣਾਂ ਵਰਗਾ, ਘੁੱਟ ਕੇ ਕਲੇਜੇ ਨਾਲ ਲਾ ਕੇ ਬੁੱਕਲ ਵਿੱਚ ਬਾਹਾਂ ਵਿੱਚ ਘੁੱਟ ਕੇ ਕਲਾਵੇ ਵਿੱਚ ਘੁੱਟ ਕੇ ਬੇਬੇ ਨੇ ਆਖਿਆ ਕਿ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਦੇ ਡੁੱਬ ਨਹੀਂ ਸਕਦਾ, ਉਹਦੀ ਆਪਣੀ ਉਹਨੇ ਕੋਈ ਕਲਾ ਵਰਤਾ ਦਿੱਤੀ ਹੋਵੇਗੀ। ਇਹ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰੱਬ ਦੇ ਰੂਪ ਵਿੱਚ ਦਰਸ਼ਨ ਕਰਨ ਵਾਲੀ ਉਹਨਾਂ ਦੀ ਦਾਈ ਦੌਲਤਾਂ ਦੀ 84 ਕੱਟੀ ਗਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੱਬ ਮੰਨਣ ਵਾਲੀ ਉਹਨਾਂ ਦੀ ਆਪਣੀ ਭੈਣ ਬੇਬੇ ਨਾਨਕੀ। ਵੇਖੋ ਕੈਸਾ ਪਿਆਰ ਹੈ। ਬੇਬੇ ਅਸੀਂ ਮਾਂ ਨੂੰ ਕਹਿੰਦੇ ਆ ਤੇ ਵੱਡੀ ਭੈਣ ਨੂੰ ਮਾਂ ਦਾ ਦਰਜਾ, ਤੇ ਵੱਡੀ ਭੈਣ ਇੰਨਾ ਪਿਆਰ ਕਰਦੀ ਕਿ ਆਪਣੇ ਵੀਰ ਤੇ ਰੱਬ ਜਿੰਨਾ ਭਰੋਸਾ ਰੱਬ ਵਾਂਗ ਉਸ ਨੂੰ ਮੰਨਦੀ। ਆਪਣੀ ਭਰਜਾਈ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਉਸ ਨੂੰ ਦਿਲਾਸਾ ਦਿੱਤਾ ਹੈ। ਇਹ ਕਹਿ ਰਹੀਆਂ ਨੇ ਕਿ ਤੇਰਾ ਵੀਰ ਡੁੱਬ ਗਿਆ ਹੈ, ਤੇ ਇਹਨਾਂ ਦੀ ਗੱਲ ਨੂੰ ਸੱਚ ਨਾ ਸਮਝ ਲਵੀਂ। ਉਹਨੇ ਕੋਈ ਕਲਾ ਵਰਤਾਈ ਜਿਹੜੀ ਇਹਨਾਂ ਦੀ ਸਮਝ ਵਿੱਚ ਨਹੀਂ ਆਈ, ਉਸਨੇ ਸੰਭਾਲ ਲਿਆ। ਇਧਰੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਹਰ ਕੱਪੜੇ ਵੇਖ ਕੇ ਸਾਰਿਆਂ ਨੇ ਤੇ ਪਛਾਣ ਕਰ ਲਈ ਕਿ ਅੱਜ ਵੀ ਕਿਸੇ ਨਹਿਰ ਦੇ ਕਿਨਾਰੇ ਤੇ ਅਸੀਂ ਕਿਸੇ ਦੇ ਕੱਪੜੇ ਵੇਖ ਲਈਏ ਤਾਂ ਉਹ ਸਾਨੂੰ ਮਨੁੱਖ ਨਜ਼ਰ ਨਾ ਆਵੇ ਤੇ ਸੁਭਾਵਿਕ ਹੀ ਮੰਨ ਲਵਾਂਗੇ ਕਿ ਉਸ ਨੂੰ ਪਾਣੀ ਰੋੜ ਕੇ ਲੈ ਗਿਆ। ਇੱਕ ਦਿਨ ਬੀਤ ਗਿਆ, ਰਾਤ ਬੀਤ ਗਈ, ਅਗਲਾ ਦਿਨ ਚੜਿਆ, ਦਿਨ ਬੀਤ ਗਿਆ, ਰਾਤ ਪਈ, ਰਾਤ ਬੀਤ ਗਈ। ਹੁਣ ਸਾਰਿਆਂ ਨੇ ਮੰਨ ਲਿਆ ਕਿ ਨਾਨਕ ਡੁੱਬ ਗਿਆ। ਤੀਸਰਾ ਦਿਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਿੱਥੇ ਗਏ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਦੇ ਦੁਆਰ ਗਏ। ਇਹ ਪਰਮਾਤਮਾ ਦਾ ਦੁਆਰ ਕੈਸਾ ਹੈ? ਮੈਂ ਬੇਨਤੀ ਕਰਦਾ, ਸ਼ਰਧਾ ਦਾ, ਪ੍ਰੇਮ ਦਾ, ਭਰੋਸੇ ਦਾ ਵਿਸ਼ਾ ਹੈ। ਇਹ ਤਰਕਵਾਦ ਦਾ ਵਿਸ਼ਾ ਨਹੀਂ। ਸ਼ਰਧਾ ਤਰਕ ਨਹੀਂ ਕਰਦੀ। ਗਿਆਨ ਤਾਂ ਤਰਕ ਕਰ ਸਕਦਾ ਹੈ, ਪਰ ਭਰੋਸਾ ਤਰਕ ਦਾ ਨਹੀਂ। ਤਰਕ ਹੈ ਦਲੀਲ, ਦਲੀਲ ਹੈ ਹੁਜਤ। ਇੱਕ ਬੰਦੇ ਨੇ ਦਲੀਲ ਦਿੱਤੀ ਕੇਸ ਰੱਖਣੇ ਬਹੁਤ ਜ਼ਰੂਰੀ ਨੇ, ਦੂਜੇ ਬੰਦੇ ਨੇ ਦਲੀਲ ਦਿੱਤੀ ਕੇਸ ਘਟਾ ਕੇ ਜ਼ਿਆਦਾ ਤੰਦਰੁਸਤੀ ਰਹਿੰਦੀ। ਇੱਕ ਦਲੀਲਬਾਜ਼, ਤੁਸੀਂ ਕੋਰਟ ਕਚਹਿਰੀ ਦੇ ਵਿੱਚ ਵਕੀਲ ਲੜਦਾ ਵੇਖੋ, ਚੰਗੀ ਭਲੀ ਸੱਚ ਗੱਲ ਨੂੰ ਝੂਠ ਸਾਬਤ ਕਰਕੇ ਪਾਸੇ ਹੋ ਜਾਂਦਾ। ਦਲੀਲਾਂ ਦੇ ਨਾਲ ਧਰਮ ਨਹੀਂ ਚੱਲਦੇ। ਧਰਮ ਦਾ ਕੋਈ ਫਲਸਫਾ ਬਹੁਤ ਵੱਡਾ ਨਹੀਂ ਜਿਹੜਾ ਸਮਝ ਨਾ ਆਵੇ। ਧਰਮ ਦਾ ਮਤਲਬ ਕੇਵਲ ਭਰੋਸਾ ਤੇ ਆਸਰਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਭਰੋਸੇ ਵਾਲਿਆਂ ਦੇ ਬੇੜੇ ਪਾਰ ਹੋਇਆ ਕਰਦੇ ਨੇ। ਭਰੋਸੇ ਵਾਲਾ ਆਰੇ ਦੇ ਥੱਲੇ ਖਲੋ ਕੇ ਜ਼ਿੰਦਗੀ ਮਾਣ ਜਾਂਦਾ। ਹੁਣ ਅੱਜ ਜੇ ਬਹੁਤਾ ਤਰਕਵਾਦੀ ਉੱਠੇ ਕਿ ਜਦੋਂ ਉਹ ਸਿਰ ਚੀਰਿਆ ਜਾਂਦਾ ਨਾ, ਗਰਦਨ ਤੱਕ ਬੰਦੇ ਦੇ ਸਵਾਸ ਮੁੱਕ ਜਾਂਦੇ ਨੇ। ਆ ਸਾਹ ਰਗ ਚੀਰੀ ਜਾਵੇ ਥੱਲੇ ਤਾਂ ਬੰਦੇ ਦੇ ਸਵਾਸ ਖਤਮ ਹੋ ਜਾਂਦੇ ਨੇ। ਤੇ ਬੰਦਾ ਪੇਟ ਤੱਕ ਚੀਰਿਆ ਜਾਵੇ ਤਾਂ ਬੰਦੇ ਦੇ ਪੱਲੇ ਕੁਝ ਨਹੀਂ ਰਹਿੰਦਾ। ਇੱਥੇ ਤੇ ਦੋ ਫਾੜ ਸਰੀਰ ਦੇ ਦੋ ਟੁਕੜੇ ਪਏ ਨੇ। ਆਵਾਜ਼ ਆ ਰਹੀ ਹੈ, ਜਿਨੀ ਨਾਮ ਧਿਆਇਆ ਗੈਬ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਨਾ ਵੇਖੀਏ। ਇਹ ਸ਼ਰਧਾ ਤੇ ਪ੍ਰੇਮ ਦਾ ਵਿਸ਼ਾ ਹੈ। ਗੁਰੂ ਨਾਨਕ ਪਹੁੰਚੇ ਨੇ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਉੱਥੇ ਪਹੁੰਚੇ ਨੇ ਜਿੱਥੇ ਪਰਮਾਤਮਾ ਸਾਰਿਆਂ ਦੀ ਸੰਭਾਲਣਾ ਕਰ ਰਿਹਾ। ਉਸ ਅਵਸਥਾ ਵਿੱਚ ਪਹੁੰਚੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ। ਉੱਥੇ ਜਤੀ ਗਾ ਰਹੇ ਨੇ, ਸਤੀ ਗਾ ਰਹੇ ਨੇ, ਹਵਾ ਗਾ ਰਹੀ ਹੈ, ਅੱਗ ਗਾ ਰਹੀ ਹੈ। ਪਰਮਾਤਮਾ ਦੀ ਵਡਿਆਈ ਹੋ ਰਹੀ ਹੈ। ਸਾਰੇ ਪਰਮਾਤਮਾ ਦੀ ਵਡਿਆਈ ਚ ਮਿਲੇ।
ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਹੁਕਮ ਹੋਇਆ, ਪ੍ਰਮਾਤਮਾ ਨੇ ਕੀਤਾ, ਨਾਨਕ ਜੀ ਜਿਸ ਕੰਮ ਨੂੰ ਸੰਸਾਰ ਤੇ ਪਹੁੰਚੇ, ਜਿਸ ਕਾਰਜ ਲਈ ਇਹ ਮਨੁੱਖਾ ਦੇਹ ਧਾਰਨ ਕੀਤੀ ਹੈ, ਉਸ ਕਾਰਜ ਨੂੰ ਕਰਨਾ ਕਰੋ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ। ਹੁਣ ਤੀਸਰੇ ਦਿਨ ਵੇਈ ਦੇ ਵਿੱਚੋਂ ਬਾਹਰ ਆਏ ਨੇ। ਹੁਣ ਬਾਹਰ ਆਉਂਦਿਆਂ ਸਾਰ ਕੀ ਨਜ਼ਾਰਾ ਹੈ ਜੀ? ਉਸ ਵਕਤ ਦਾ ਨਜ਼ਾਰਾ ਤੁਹਾਨੂੰ ਢਾਡੀ ਜੱਥਾ ਬੈਂਤ ਛੰਦ ਰਾਹੀਂ ਇਉਂ ਸ਼ਰਵਣ ਕਰਾਉਂਦਾ ਜੀ।
ਵੇਈ ਨਦੀ चों सतगुरु बाहर आए, नारा मारिया सत करतार दा जी। सतगुरु वेई नदी चों बाहर आए। गुरु ग्रंथ साहब जी महाराज दे विच एक प्रमाण दर्ज है जो इसकी भूमिका या बेस किया जा सकता है। सतगुरु जी ने जो बाहर निकल के आवाज दी, उस आवाज का मुढ़ यह सी, पंडित मुल्ला छाड़े दो हमरा झगड़ा रहा ना को आख्या, ना हम हिंदू ना मुसलमान। आन के सत करतार उच्चारण किया, आख्या एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। सतगुरु जी ने मूल मंत्र उच्चारण किया, अकाल पुरख की तस्वीर खिंची है। जदों अकाल पुरख की तस्वीर खिंची, नारा लाया, ना मैं हिंदू हाँ ना मैं मुसलमान हाँ। सुनन वालियां ने आप जानते हो कि मुंह फड़िया ना जाए संसार दा जी, जिन्ने मुंह उन्नियां गल्लां। लोकी मुंह चुंगला दे दे गल्लां करते ने। नानक देवी देवतियां नूं मनदा ही नहीं सी, ये मरियां मसाना नूं पूजदा ही नहीं सी। इहने ना धागा जनेऊ पाया है। हुण इसने कहना शुरू किया, ना मैं हिंदू ना मुसलमान। फिर नानक की होया? नानक रब दी होण तो मुनकर हो चुका है। ये रब दे भेद नूं की समझदा है? ये रब नूं ही की समझदा है? ना हिंदू ना मुसलमान। फिर नानक जी कौन हो तुसी? ये चर्चा उठी। लोग ये भी आखदे नानक बेताला हो गया, नानक दीवाना हो गया, नानक मस्ताना हो गया। ये रब नूं खुदा नूं ये मुनकर हो चुका है। जे हिंदू धर्म की मर्यादा नाल चले तो इसनूं कहांगे हिंदू है, हिंदू रब नूं मनदा। जे ए इस्लाम मत के मुताबिक नमाज पढ़े, उन्हां दे गुण धारण करे तो कहांगे इस्लाम धर्म का ये मुसाफिर है, ये उन्हां नूं मनदा है, धर्मी है। इन्हें तो झगड़ा ही निबेड़ के रख दिता, ना हिंदू ना मुसलमान। झगड़ा खिलर गया। गुरु नानक देव पातशाह जी नूं इस तो जिहड़े धार्मिक लोग साडे वर्गे बाणा पा के ज्यादा उछलते हैं, उन्होंने आख्या जी ये धर्म की निरादरी करता है, ये अशरदक हो गया है, ये नास्तिक हो गया है। गुरबाणी में प्रमाण दर्ज है, कोई आखे भूतना को कह बेताला, कोई आखे आदमी नानक बेचारा। भया दीवाना शाह का नानक बोराना, बड़ा कमला आख्या लोगों ने। अखीर ये गल उड़दी उड़दी उस इलाके दे हाकम नवाब दौलत खां दे कन्ना तक पहुंच गई भी जेड़ा तेरा मोदी खाने लगा होया, तेरा तनख्वाहदार तोला सी, हुण उसने नौकरी तो छड्डी छड्डी, आया ही नहीं। कई दिन हो गए ने जिथे दुकान ते नहीं आया, मोदी खाने नहीं आया, उत्थे हुण प्रचार कर लग पिया है। केड़ा प्रचार? कहंदा ना मैं हिंदू ना मुसलमान हाँ। कहंदा फिर कौन है? नानक आवाज दो, उन्हां नूं कहो तैनू दौलत खां ने याद कीता है। सदा गया, प्यादा गया गुरु नानक देव साहब सच्चे पातशाह जी कोल जाके उसने आख्या, नानक जी तुहानू नवाब दौलत खां ने बुलाया है। तो नानक जी ने आख्या, भाई जिन्ना चिर उसके नौकर सां उन्ना चिर उसदा हुक्म मनदे रहे। हुण असीं निरंकार दे नौकर हाँ, असीं निरंकार दा हुक्म मनांगे। हुण असीं दौलत खां दे नौकर नहीं रहे, हुण असीं दौलत खां दे चाकरी नहीं करते। ते जे उहदी चाकरी नहीं करते, उहदे चाकर नहीं, नौकर नहीं, फिर उहदा हुक्म भी नहीं, साडे ते उहदा हुक्म लागू नहीं हुंदा। जदों ये जवाब पहुंचा है नवाब दौलत खां दे कोल, ते नवाब भी हुण कल्ला नानक दीवाना ही नहीं होया, ना कि हिंदू तो मुनकर नहीं होया,
मुसलमान तो मुनकर नहीं होया, धड़क भी हो गया है, निडर भी हो गया है कि जिन्हें परवाह नहीं की कि इलाके दे हाकम नवाब ने उन्होंने सदा भेजे तां गई। फिर उसने निम्रता सहित बेनती भेजी, तुहानू हुक्म दे के नहीं बेनती करके बुला रहे हाँ, तुहानू नवाब दौलत खान दर्शन करने वास्ते पढ़े तुहानू याद करदा है, ओदी कोल आन के ओदे दरबार विच उसनू दर्शन दिओ। सद मिली, गुरु नानक देव साहब सच्चे पातशाह जी पहुंचे ने नवाब दौलत खान दी कचहरी दे विच। जदों धर्म के ठेकेदार ने वेख्या कि आ गया दोषी, हुण इस नूं पक्की सजा होने वाली है, नवाब दौलत खान इस नूं एक पासे जरूर कर लवेगा, इन्हें होना नहीं, उन्हें कैद में सुट देना, गल बन जाएगी। जेड़ा क्योंकि वेखो जदों गुरु नानक देव पातशाह जी ने मूर्ति का खंडन किया, कर्म कांडा का खंडन किया, तो जिन्हां दा धूका पानी चलदा उन्हां नूं तकलीफ हुई। जिन्हां ने दूसरे ने आख्या है मूँह एक पासे नूं करके नमाज पढ़ी है ना, तो जदों ये आवाज आई है, आप पढ़ते हो पश्चिम देश हरि का बासा पश्चिम अल्लाह मुकामा। हुण वेखो जेड़ा हिंदू है वो सूरज नूं पानी देंदा है चढ़दे वाल, मूँह करके रब नूं याद करदा कि रब इधर रहिंदा है। मुसलमान कहंदा नहीं रब उत्तर वाले इधर रहिंदा है। उन्हां तुसीं ते रब ही वंड के बैठे हो, जेड़ा इधर रहिंदा है वो इधर नहीं रहिंदा, ते जिन्हां दा इधर रहिंदा वो इधर नहीं रहिंदा। बाकी फिर परमात्मा सर्ब कला समर्थ नहीं हो सकता। जेड़ा तुहाडा रब बनाया बैठा है ना, मैं उस तो मुनकर हाँ। जदों दौलत खां दे दरबार विच जाके गुरु नानक ने सीधा आख्या, हाँ भाई दौलत खान दस सानू क्यों बुलाया। एडा नधड़क जवाब सुन के और शरदा वध गई, नाले प्रेम जागया कि अज तक मैनू नवाब कह के सलामा करने वाले ते हजारां आए, पर मैनू भाई दौलत खान कहने वास्ते एक कला नानक आया है। सतगुरु गुरु नानक देव पातशाह जी नूं सवाल कीते गए, उसका जवाब जो दिता है ढाडी जथे पासों शाखा राही इउं सरवण करो।
सतगुरु गुरु नानक देव पातशाह जी ਨੂੰ सवाल किए गए, नानक जी फिर ਤੁਹਾਡਾ अपना जवाब की है? ना हिंदू ना मुसलमान। सतगुरु जी ने आख्या एक ओंकार सतनाम करता पुरख निरभाव निर्वैर परमात्मा के गुण बयान कर दिते। तुसी कहंदे हो परमात्मा इधर वसदा है, कोई कहंदा उधर वसदा है। दर हकीकत हर विच हर है वरतदा हर थां करतारा। सतगुरु जी की बाणी कहती है घट घट मैं हर जू बसा। सतगुरु गुरु अर्जन देव पातशाह जी कहते ने सगल बनस्पत मैं बसंतर सगल दूध मैं घीया ऊच नीच मैं जोत समानी घट घट मादाओ जिया। परमात्मा जिवें हर लकड़ विच अग हुंदी है, हर दुध विच घ्यो हुंदा है। बीबियां जानदियां दुध विचों घ्यो कढीदा किवें हुंदा, ते घ्यो दुध विच ही है ना। घ्यो दुध दे विच जिवें घ्यो है, इवें परमात्मा हर जरे जरे विच समाया। सतगुरु गुरु नानक देव पातशाह जी ने सहभंग उच्चारण किया। उसका मतलब है थापिया ना जाए कीता ना होए आपे आप निरंजन सोए। परमात्मा नू किसी ने थापिया नहीं, साजिया नहीं, बनाया नहीं। आप ही ने आप साजियो, आप ही ने रचियो नाओ। दुई कुदरत साजी है कर आसन डिठो चाओ। परमात्मा अपने आप तो है, परमात्मा करता पुरख है। आ सृष्टि करता पुरख ने बनाई है। हुण संसार ते असीं एक चीज वेखदे हैं, करण करण कारण तो बिना नहीं। ये माइक राहीं तुहाडे तक आवाज आ रही है, किस कारण आवाज आ रही है? कारण देख लो। करण जिन्ना चिर कारण ना होवे उन्ना चिर करण नहीं बनता। साडा इत्थे आउण दा पहलो कारण है, फिर प्रसंग करण होया, फिर तुहाडे नाल सांझ करण हुई है। कारण तो बाद करण है। पर इत्थे मेरे दाता जी कहते ने करण कारण परमात्मा आप है। करण भी आप है ते कारण भी आप है। परमात्मा हर थां विच है, हर शै विच है, अपने आप तो है। करता पुरख ने संसार बनाया, निर्गुण आप सरगुण पी ओही कलाधार जिन सगली मोही मन। तू जोत स्वरूप है अपना मूल पछान। मन हाजी तेरे नाल है गुरमती रंग मान। परमात्मा हर हिरदे दे विच, परमात्मा हर थां विच। ये जेड़े धर्म तुसीं तां बना ले ने, किसी ने इधर मुंह करके नमाज पढ़ी, रब नूं इधर मन लिया, उन्हें अपना धर्म वखरा कर लिया। किसी ने चढ़दे वालों मुंह करके रब नूं मनना कीता, उन्हें अपने आप नूं वख कर लिया। पर सच जानो परमात्मा तुहाड़ियां बंदिशां च बद्धा होया नहीं। बलहारी कुदरत वसिया तेरा अंत ना जाई लखिया। परमात्मा हर थां विच है, वह बेअंत है। ते जेड़ा धर्म तुसी बना के बैठे हो, ना मैं हिंदू ना मुसलमान। क्योंकि गुरु नानक ने आख्या मेरा मनना परमात्मा एक है। परमात्मा दा बनाया मनुख एक है, परमात्मा दी बनाई जात एक है, परमात्मा दी बनाई इंसानियत इंसान दे अंदर गुण एक है। दुई है ही कोई नहीं, दो को इन्ना को है। आ जेड़ा देखदे ये भी परमात्मा दा रूप है। गुरु अमरदास पातशाह जी दा अवतार पुरब मना रहे। सतगुरु गुरु अमरदास पातशाह जी दा बचन है, यह विस संसार तुम देखदे यो हर का रूप है। आ जिहड़ा संसार वेखदे हो ये परमात्मा दा अपना रूप है। परमात्मा एक है, परमात्मा दो नहीं। ते जे परमात्मा एक है वो हर थां ते समाया है। ते जदों इन्नी गल दौलत खां ने सुनी, दौलत खां दा मन गदगद हो उठिया, खुश हो उठिया। फिर एक उन्हें जाल विछा के ना गुरु नानक साहब नूं घेरन दी कोशिश की। कहने लगा नानक जी गल ठीक है, भगवान एक है, कहंदे जी एक है। कहंदा फिर खुदा एक है, कहंदे जी एक है। नाम तो कई हो सकते हैं परमात्मा दे, पर परमात्मा दर हकीकत एक है। फिर दौलत खां ने आख्या नानक जी फिर धर्म तो कोई माड़ा नहीं। पातशाह कहते बिल्कुल कोई माड़ा नहीं। सतगुरु गुरु नानक पातशाह जी कहते परमात्मा एक है। फिर दौलत खां ने आख्या नानक जी जे परमात्मा एक है ना, परमात्मा एक है,
आओ जिस खुदा की नमाज असी पढ़ते हैं, फिर खुदा तो एक ही है ना, परमात्मा एक ही है, तो आओ फिर साडे नाल मिल के उसकी नमाज पढ़ो, नमाज पढ़ो, आ जाओ साडे नाल। पातशाह जी कहते फिर बोलियो, दौलत खां ने आख्या नानक जी तुसी साडे नाल मिल के खुदा जिन्हों तुसी कहते हो एक है, वो जर्रे जर्रे विच समाया, आओ उसकी वडियाई करने वास्ते नमाज पढ़िए। मेरे पातशाह कहते ठीक है जी जरूर पढ़ांगे। हुण आओ तकीए, जदों ये फैसला हो गया, कचहरी दे विच दरबार विच बैठिया नवाब ने मना लिया कि नानक जी नमाज पढ़नगे। हुण जेड़े तमाशा वेखू सन वो तो घरां चों पहलों बाहर निकल के आउंदे ने कि अज बनना की है, ते जेड़े धर्म के ठेकेदार कोई इधर बैठा कोई उधर बैठा वो भी नाल चले। हिंदुआं दे मन भी डोल गए कि अज नानक नमाज पढ़ के मुसलमान बन जाएगा। उत्थे मुसलमान जेड़े बैठे सन धर्म के ठेकेदार, वो लाणेदारां ने एक साडे लाणे दे विच जे नानक आ गया ना, इन्हें नमाज पढ़ ली ते मुसलमान हो गया, साडे च वाधा हो जाएगा। एक दे मना अंदर खुशी है, एक फिरके दे मना अंदर गमी चल पई। इधरों आओ तकीए, गुरु नानक देव साहब सच्चे पातशाह, नवाब दौलत खां, मुला मुलाने ते पंडित भी तुरे इन्हां नाल ये वेखण वास्ते कि अज नानक जी नमाज पढ़न चले ने। आओ तकीए, कई तमाशा वेखो नाल तुरे ने। गुरु नानक देव पातशाह नवाब दौलत खां जदों बाहर निकले ते चले ने मसीत वाले, ते नाल नाल चौगिरदे दा इकट्ठ भी तुरिया, ते बेबे नानकी तक भी गल्लां किवें पहुंचियां। उस वक्त दा नक्शा ढाडी कला दे कबेतरा ही ढाडी जत्था
देव साहब सच्चे पातशाह जी नवाब दौलत खां दे नाल मसीत वाले तुरे। जदों नाल मौके दा वक्त दा नवाब चलदा ते उहदे नाल लोग बहुत तुरदे ने। ऐसा समा होवे ना, क्योंकि आप जानते हो इलाके का चौधरी कोई मंत्री आ जाए तो कितना मुल्क उहदे मगर तुरदा। ज्यादातर उन्होंने कई जुली चुक भी ज्यादा होंगे ने जिन्होंने कोई मतलब ही नहीं होंदा सवाए पकौड़ियां तो। इत्थे गुरु नानक देव साहब सच्चे पातशाह जी दे नाल तुर पे। कईयां ने जाके सखियां ने आख्या बेबे नानकी नू कि तेरा वीर मुसलमान बन चले। सारियां दे दिल डोल गए। बेबे नानकी नू पता है ओदा सिदक अटल है, उन्हां दा अटल रहा। इको चीज कह के मैं समाप्ति कर देनी है। एकाग्रता थोड़ी जी बनाई रखना, क्योंकि हुक्म आप जी का सिर मथे। दूसरी बार आप जी के सन्मुख आप जी की रहमत का सदका अकाल पुरख ने कृपा की है। तुहाडे चरण परसन वास्ते पहुंचे अमृतसर साहब तो नागपुर। आप जी बड़ी वडियाई रखते हो। शहीद भाई मती दास साहब जी का अस्थान है कि जिहड़ा हर वक्त तुहानूं याद दिवाउंदा है कि तुहाडा सिर आरियां लई जां सरदारियां लई बनिया। इहनूं किसे मारे थां ते सुੱਟ ना दिओ। ये सिर इन्ना उच्चा रखियो, क्योंकि बाबा मती दास साहब जी जिथे शहीद ने उत्थे हर वेले तुहानूं इह मैसेज ते मिलदा है भी ये सिर कटिया ते गया है, आरा ते फिर गया, झुकिया ते नहीं। पर साडे सिर ते किन्ना क भार है जिहड़ा थां थां ते डिग पैंदा जाके। बस ये महसूस करके तुरना। गुरु कृपा करे इसे तरह तुहाडा प्यार तुहाडा सत्कार साडे मन अंदर बनिया रहे। तुहाडे चरण धूड़ी लैण वास्ते पहुंचते रहिए। आप जी इसे तरह निवाजते रहो। एक बारी गज के आखियो जी नानक नाम चढ़दी कला तेरे भाणे सरबत दा भला। प्रबंधकां वालों हुक्म होया सी कि असीं जिथे गुरु अमरदास साहब सच्चे पातशाह की गल करनी उत्थे 550 साल भी नाल लग के तुरना, क्योंकि यह साडे जीवन में हुणे ही आया, बाद में नहीं होना। किवें उम्मीद रखांगे कि अगले 50 साल असीं जीवांगे? नहीं उम्मीद रख सकते, क्योंकि इत्थे ते जैसे जल ते बुध बुधा उपजै बिन सै नीत पानी का बुलबुला। उम्मीद नहीं, हम आदमी हाँ एकदमी मोहलत मोतना जाना नानक बिन मैं तिसै रेवो जाके जी प्राणा। साडे पल्ले की है? दम आया आदमी है, ना आया तो मुर्दा। सो ये साडे वड्डे भाग ने कि सानू 550 साल भी गुरु नानक साहब सच्चे पातशाह जी का मनाउण दा अवसर मिले। सोने ते सुहागा है कि गुरु अमरदास पातशाह जी की भी कृपा साडे ते हुई। वाहिगुरू ने कृपा की है कि सानू समा मिलिया जिहड़ा गुरु कृपा करे साडा लेखे विच लग जाए। सतगुरु गुरु नानक देव साहब सच्चे पातशाह जी मसीत विच पहुंचे। तैयारी हो गई, तैयारी वेखते हैं। वो नानक जी ने आख्या भाई मुल्ला दौलत खां मैं कदे नमाज नहीं पढ़ी। सर्ब सांझा दुनिया ते ग्रंथ एको ही है जिहड़ा शब्द गुरु है। एक गल याद रखना संगत जी, मैं अक्सर बेनती करता रहना हाँ। असीं इह ते कहने साडा गुरु नानक पहला गुरु ते 10 गुरु ते 11वां गुरु ग्रंथ साहब। साडे 11 गुरु नहीं होए, साडे 11 गुरु नहीं होए। साडा शरीर गुरु कोई है नहीं होया। साडा गुरु एक है, एक सी, एक ही रहना है। गुरु नानक पातशाह जी जोत रूप हर आप गुरु नानक कहायो। ताते अंगद भयो तत् सो तत् मिलायो। अंगद कृपा तार अमर सतगुर थिर कियो। अमरदास अमृत छात्र गुरु राम दियो। गुरु रामदास दर्शन परस कै मथुरा अमृत बायन मूर्त पंच प्रमाण पुरख गुर अर्जन पिखो ने। जिथे जोत रूप हर आप गुरु नानक कहायो उथे भन मथुरा कछ भेद नहीं गुर अर्जन प्रतख हर। ते प्रतख हर परमात्मा गुरु अर्जन ने की कीता है? अर्जन काया पलट के मूर्त हर गोबिंद सवारी। अर्जन काया पलट के सिर्फ इना समझण दा नुकता है जिहड़ा समझना है। गुरु अर्जन देव पातशाह जी ने अपनी काया शरीर पलट के मूर्त हर गोबिंद सवारी। गुरु ते नहीं बदलिया,
गुरु साडा शरीर नहीं, गुरु साडा शब्द है। ये मेरे दाता जी का बचन है, गुरु नानक पातशाह जी का। पूछा गया कमन गुरु जिसका तू चेला, आवाज आई शब्द गुरु सुरत धुन चेला। ना शरीर गुरु है, ना शरीर चेला है, शब्द गुरु है, सुरत चेला। साडे गुरु आद अंत एक है, अवतारा सोई गुरु। समझो हमारा जी दे लड़ लगे ते लगे रहना। मेरे दाता जी ने कृपा की, इस सरबत नूं ज्ञान देन वाला गुरु है। ते गुरु ने यह आख्या है, बेनिवाजा कुत्तिया जिहड़ा नमाज नहीं पढ़दा ना, उन्होंने गुरु ग्रंथ साहिब विच बैठे बाबा फरीद कहंदे ने ये कुत्ता बंदा। बेनिवाजा कुत्तिया यह ना भली रीत कब ही चलना आया पंजे वक्त मसीत। तैनू 5 वक्त मिले, मसीत क्यों नहीं आया? भी बेनमाजा तू नमाज क्यों नहीं पढ़ी? हुण ये उपदेश इत्थे आण के मुसलमान नूं मिलना। सानू ये उपदेश नहीं कि असीं मसीते जाके नमाज पढ़ीए। सानू उपदेश है गुर सतगुर का जो सिख अखाए, सो भलके उठ हर नाम ध्यावे, उदम करे भलके प्रभाती इशनान करे, अमृतसर नहावे। फिर चढ़े दिवस व्हाट्सएप फेसबुक वेखे, चैटिंग वेखे, सारा कुछ वेखे। ये काम गुरु का हुक्म है। फिर चढ़ा दिवस गुरबाणी गावे, बहदियां उठदियां की करना? चुगलियां, चर्चा करनी भी अज कौन जितूगा, किनू वोटां पैणगियां, लेना देना कुछ भी नहीं। अद्धा घंटा एक बह के ना ड्राइंग रूम च सारा एक दूजे का हाल छान मार के चाह पी के ढिड वजा के घरों करी, गल का मतलब भी कोई नहीं। बहदियां उठदियां हर नाम ध्यावे, बहदियां उठदियां परमात्मा की याद। सिख का कर्म है। ते अज मेरा मालक सिख पंथ का बानी मसीत च खड़ा नवाब, नवाब के सामने नमाज पढ़ने वास्ते। हुण नवाब ने आख्या नानक जी तुसी नमाज कदे नहीं पढ़ी, तुसी नमाज पढ़ने वास्ते पहली बार आए हो, सानू पता तुहानू नमाज नहीं आउंदी, किवें पढ़नी है यह भी नहीं आउंदी। आओ तकीए गुरु नानक देव साहब सच्चे पातशाह जी नूं ये ढाडी कला दी कली कह के समाप्ति कर लगा। आओ तकीए उस मसीत के हालातां नूं ढाडी जत्था बयान कर रहा है ते सरवण करना। इस करके मैं गल नहीं की, क्योंकि इस कली के शब्दां नूं तुसीं ध्यान रख के इतिहास के झरोखे चों दर्शन करने का यत्न करो। नवाब मुल्ला मौला ने गुरु नानक मसीत विच खड़े होए तकीए उस वक्त का नक्शा क्यों बेनती है।
ਅੱਗੇ ਦੌਲਤ ਖਾਨ, ਪਿੱਛੇ ਮੁੱਲਾ, ਤੀਸਰੀ ਲਾਈਨ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਖਲੋ ਗਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲ ਕਾਣੀ ਜੀ ਅੱਖ ਕਰਕੇ ਨਵਾਬ ਦੌਲਤ ਖਾਨ ਵੇਖਦਾ ਵੀ ਕੀ ਕਰਦਾ, ਤੇ ਉਧਰੋਂ ਜਿਹੜਾ ਹੈ ਉਹਦਾ ਚੇਤਾ ਜੀ ਕਿੱਥੋਂ ਲੱਗਣਾ ਸੀ। ਉਹ ਵੀ ਵੇਖੀ ਜਾਣੀ ਕਿ ਸਾਰਿਆਂ ਦਾ ਧਿਆਨ ਨਾਨਕ 'ਚ ਸੀ ਵੀ ਇਹ ਨਮਾਜ਼ ਪੜ੍ਹਦਾ ਕਿ ਨਹੀਂ ਪੜ੍ਹਦਾ। ਜਦੋਂ ਪਰਮਾਤਮਾ ਦੀ ਇਬਾਦਤ ਦੇ ਵਿੱਚ ਧਿਆਨ ਨਾ ਟਿਕੇ, ਵਿਖਾਵਾ ਬਣ ਜੇ ਤੇ ਸਮਝ ਲੈਣਾ ਇਹ ਵੀ ਕਰਮਕਾਂਡ ਹੀ ਆ, ਕੱਖ ਨਹੀਂ। ਐਂ ਕਹਿ ਲੋ ਨਮਾਜ਼ ਨਹੀਂ ਪੜ੍ਹਦੀ, ਨਿਤਨੇਮ ਕਰਦਾ। ਮੈਂ ਛੋਟਾ ਹੁੰਦਾ ਜਪਜੀ ਸਾਹਿਬ ਦੀਆਂ ਰੌਲਾਂ ਤੇ ਲਾਉਂਦਾ ਸੀ। ਉਸ ਵੇਲੇ ਦੀ ਗੱਲ ਕਰ ਰਿਹਾ ਜਦੋਂ ਜਪਜੀ ਸਾਹਿਬ ਦੀ ਡਿਊਟੀ ਲਾ ਕੇ ਨਾ ਪੂਰਾ ਅਖੰਡ ਪਾਠ ਸਾਹਿਬ ਸਮਾਪਤੀ ਤੋਂ ਬਾਅਦ 30 ਰੁਪਏ ਮਿਲਦੇ ਸੀ ਜਾਪੀਆਂ ਨੂੰ, 60 ਰੁਪਏ ਅਖੰਡ ਪਾਠੀ ਨੂੰ ਮਿਲਦੇ ਸੀ। ਉਸ ਵਕਤ ਇੱਕ ਘਰ ਗਏ ਤੇ ਬਜ਼ੁਰਗ ਦੀ ਮੈਨੂੰ ਗੱਲ ਭੁੱਲਦੀ ਨਹੀਂ, ਕਿਉਂਕਿ ਬੜੀ ਮਾੜੀ ਹੈ। ਉਹ ਨਿਤਨੇਮ ਕਰ ਰਿਹਾ ਹੈ, ਨਾਲੇ ਕਰਨ ਨਾਲੇ ਉਹ ਆਪਣੇ ਉਹ ਜਿਹੜਾ ਉਹਦਾ ਸਿੰਘ ਸੀਗਾ ਨਾ ਡੰਗਰ ਵੱਛਾ ਸਾਂਭਣ ਵਾਲਾ, ਨਾਲੇ ਤੁਹਾਨੂੰ ਦਾਬੇ ਮਾਰੀ ਜਾ ਰਿਹਾ, ਨਾਲੇ ਕੋ ਠਹਿਰ ਜਾ ਮੈਨੂੰ ਜਪਜੀ ਸਾਰਾ ਪਾਠ ਪੂਰਾ ਕਰ, ਤੇਰੀ ਲੱਤ ਤੋੜ ਦੇਣਗੇ। ਦੋ ਹੀ ਪੰਨੇ ਰਹਿ ਗਏ। ਉਹ ਮੈਨੂੰ ਗੱਲ ਭੁੱਲੀ ਨਹੀਂ, ਕਿਉਂਕਿ ਸਾਡੇ ਉਸਤਾਦ ਜੀ ਸਾਹਿਬ ਨਾਲ ਹੀ ਚੱਲਦੇ ਸਨ। ਸੰਥਿਆ ਨਾਲ ਵੱਡੀ ਚੱਲਦੀ ਸੀ, ਗੁਰੂ ਕੀ ਬਾਣੀ ਦੀ ਵਿਆਖਿਆ ਨਾਲ ਚੱਲਦੀ ਸੀ, ਕਲਾਸਾਂ ਨਾਲ ਹੀ ਰਹਿੰਦੀਆਂ ਸੀ। ਵਾਹਿਗੁਰੂ ਨੇ ਕਿਰਪਾ ਕੀਤੀ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹੇ ਆ। ਸੰਤ ਗਿਆਨੀ ਸੰਤ ਸਿੰਘ ਜੀ ਬ੍ਰਹਮ ਗਿਆਨੀ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਜੇ ਯਾਤਰਾ ਤੇ ਹਜ਼ੂਰ ਸਾਹਿਬ ਵੀ ਜਾਣਾ ਤੇ ਟ੍ਰੇਨ ਦੇ ਵਿੱਚ ਵੀ ਸੰਥਿਆ ਨਾਲ ਹੀ ਚੱਲਦੀ ਸੀ, ਕਹਾਣੀ ਸੁਣਦੇ ਸੀ। ਜਿੰਨੀ ਕੰਠ ਹੈ ਉਹਨੇ ਨਾਲ ਸੁਣੀ, ਸਾਰਾ ਕਲਾਸਾਂ ਨਾਲ ਹੀ ਚੱਲਦੀਆਂ ਸੀ। ਉਹ ਵਿਦਿਆ ਇਹ ਸੀ ਵੀ ਆਹ ਜੋ ਹੋ ਰਿਹਾ ਹੈ ਤੁਹਾਡੇ ਜੀਵਨ 'ਚ ਹੋਣਾ ਨਹੀਂ ਚਾਹੀਦਾ, ਪਾਠ ਨਹੀਂ, ਇਹ ਕਰਮਕਾਂਡ ਹੈ। ਹੁਣ ਵੀ ਅਸੀਂ ਦੇਖਦੇ ਹਾਂ ਕਿ ਮੋਬਾਈਲ ਫੋਨ ਤੇ ਨਿਤਨੇਮ ਕਰਦੇ ਨੇ, ਕੀ ਮਨ ਲੱਗ ਜਾਂਦਾ? ਜਿੰਨਾ ਚਿਰ ਤੱਕ ਪੋਥੀ ਪਰਮੇਸ਼ਰ ਦਾ ਥਾਨ ਤੁਸੀਂ ਫੋਨ ਤੇ ਜਪਜੀ ਸਾਹਿਬ ਪੜ੍ਹ ਲਓ ਤੇ ਗੁਟਕੇ ਤੋਂ ਇੱਕ ਦਿਨ ਪਾਠ ਕਰ ਲਓ, ਜ਼ਮੀਨ ਸਮਾਨ ਦਾ ਅੰਤਰ ਨਾ ਨਿਕਲੇ, ਮੈਨੂੰ ਨਹੀਂ ਮਿੱਥਾ ਬਿਠਾ ਦੇ। ਸ਼ਰਧਾ ਨਹੀਂ ਬਣੇਗੀ ਜਿੰਨਾ ਚਿਰ ਅਸੀਂ ਭਾਵਨਾ ਦੇ ਨਾਲ ਦਿਲੋਂ ਜੁੜ ਕੇ ਨਹੀਂ ਜੀ ਕਰਦਾ। ਤੇ ਅੱਜ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਓ, ਕਿੰਨੇ ਆਖਿਆ ਗੱਲ ਪੈਣੀ ਅੱਜ ਵੀ ਸੂਣੀ ਸਾਹਿਬ ਦੇ ਨਾਲ ਪੂਰਾ ਸੁੰਦਰ ਗੁਰਕਾ ਪੜ੍ਹ ਕੇ ਹੀ ਵਿਹਲੇ ਹੋਣਾ। ਡੰਗ ਟਪਾਉਣਾ ਨਹੀਂ, ਜਿੱਥੇ ਡੰਗ ਟਪਾਉਣਾ ਆ ਜਾਏ, ਫਾਰਮੈਲਿਟੀ ਆ ਜਾਏ ਨਾ, ਸਮਝ ਲੈਣਾ ਕਿ ਅੰਦਰ ਰਸ ਨਹੀਂ ਰਹਿ ਗਿਆ। ਬਾਬਾ ਫਰੀਦ ਕਹਿੰਦਾ ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ। ਜੇ ਲਾਲਚ ਆ ਗਿਆ, ਫਰੇਬ ਆ ਗਿਆ, ਅੰਦਰੋਂ ਹੋਰ ਬਾਹਰੋਂ ਹੋਰ। ਬਾਬਾ ਜੀ ਆਖਦੇ ਨੇ ਜੇ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਜ਼ੁਬਾਨ ਤੋਂ ਕੁਝ ਹੋਰ ਹੈ। ਸੰਸਾਰ ਕਹਿੰਦਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਫਿਰ ਤੋਂ ਮੂੰਹ ਦੇ ਰਾਮ ਰਾਮ ਦੀ ਤਾਂ ਕੋਈ ਗੱਲ ਨਹੀਂ ਰਹੀ ਨਹੀਂ ਨਾ। ਜਿੰਨਾ ਚਿਰ ਤੱਕ ਦਿਲੋਂ ਇਕਾਗਰ ਚਿਤ ਨਾਲ ਪਰਮਾਤਮਾ ਦੇ ਨਾਲ ਜੁੜਦੇ ਨਹੀਂ, ਉਹਨਾਂ ਚਿਰ ਸਭ ਕਰਮਕਾਂਡ ਹੈ। ਭਾਵੇਂ ਕੋਈ ਬਾਣੀ ਪੜ੍ਹਦਾ ਹੋਵੇ, ਭਾਵੇਂ ਰੋਜ਼ ਸੂਰੀ ਸਾਹਿਬ ਦਾ ਪਾਠ ਕਰਦਾ ਹੋਵੇ, ਭਾਵੇਂ ਘਰੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਵੇ, ਰੋਜ਼ 4-10 ਪੰਨੇ ਪੜ੍ਹਦਾ ਵੀ ਹੋਵੇ, ਜੇ ਜੀਵਨ ਵਿੱਚ ਬਦਲਾਓ ਨਹੀਂ, ਫਿਰ ਪਖੰਡ ਹੈ। ਗੱਲ ਸਮਝਣੀ ਹੈ, ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਅੰਦਰੋਂ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਜੇ ਮੁੱਲਾ ਤੇ ਦੌਲਤ ਖਾਨ ਦਾ ਧਿਆਨ ਗੁਰੂ ਨਾਨਕ ਵੱਲੇ ਚਲੇ ਗਿਆ, ਨਮਾਜ਼ ਵੱਲੇ ਨਹੀਂ, ਤੇ ਵਿਦਵਾਨ ਕਰਤਾ ਕਹਿੰਦਾ ਜੇ ਧਿਆਨ ਨਾਨਕ ਤੱਕ ਹੀ ਰਹਿ ਜਾਂਦਾ ਤਾਂ ਵੀ ਗੱਲ ਬਣ ਜਾਂਦੀ। ਹੁਣ ਤੇ ਧਿਆਨ ਨਾਨਕ ਤੱਕ ਪਹੁੰਚਿਆ ਹੈ, ਪਰ ਖਲੋਤਾ ਇੱਥੇ ਨਹੀਂ। ਧਿਆਨ ਕਿੱਥੇ ਚਲਾ ਗਿਆ? ਆਪਣੇ ਖਿਆਲਾਂ ਦੀ ਉਡਾਰੀ ਮਾਰ ਗਿਆ, ਧਿਆਨ ਚਲਾ ਗਿਆ। ਗੁਰੂ ਨਾਨਕ ਤੱਕ ਵੀ ਜੇ ਧਿਆਨ ਖਲੋ ਜਾਂਦਾ ਨੇ, ਇਹਨਾਂ ਦਾ ਬੇੜਾ ਪਾਰ ਹੋ ਜਾਣਾ ਸੀ। ਵੀ ਨਾਨਕ ਨਮਾਜ਼ ਪੜ੍ਹਦਾ ਕਿ ਨਹੀਂ ਪੜ੍ਹਦਾ। ਜਦੋਂ ਗੁਰੂ ਨਾਨਕ ਨੇ ਤੱਕਿਆ ਕਿ ਇਹਨਾਂ ਦਾ ਧਿਆਨ ਮੇਰੇ ਵਿੱਚ ਆ ਗਿਆ, ਜਦੋਂ ਮੇਰੇ ਵਿੱਚ ਆਇਆ, ਕਹਿੰਦੇ ਨੇ ਮੇਰੇ ਤੋਂ ਵੀ ਅਗਾਂਹ ਨਿਕਲ ਗਿਆ, ਫਿਰ ਮੇਰੇ ਪਾਤਸ਼ਾਹ ਮਸਜਿਦ ਤੋਂ ਬਾਹਰ ਆ ਗਏ। ਉਹਨਾਂ ਨੇ ਆਪਣੀ ਨਮਾਜ਼ ਦੀ ਸਮਾਪਤੀ ਕੀਤੀ। ਆਣ ਕੇ ਦੌਲਤ ਖਾਨ ਨੇ ਆਖਿਆ ਨਾਨਕ ਜੀ ਗੱਲ ਚੰਗੀ ਨਹੀਂ। ਪਾਤਸ਼ਾਹ ਕਹਿੰਦੇ ਕਿਹੜੀ ਗੱਲ ਹੈ? ਕਹਿੰਦਾ ਤੁਸੀਂ ਸਾਡੇ ਨਾਲ ਜ਼ੁਬਾਨ ਕੀਤੀ ਸੀ ਨਮਾਜ਼ ਮਿਲ ਕੇ ਪੜਾਂਗੇ। ਕਹਿੰਦੇ ਇਹਨੂੰ ਗੱਲ ਨੂੰ ਯਾਦ ਰੱਖੀ, ਆਪਣੀ ਜ਼ੁਬਾਨ ਕੀ ਹੋਈ। ਦੌਲਤ ਖਾਨ ਨੇ ਆਖਿਆ ਨਾਨਕ ਜੀ ਜ਼ੁਬਾਨ ਕਰੀਏ ਤੇ ਮੁੱਕਰ ਜਾਈਏ, ਪੂਰੇ ਨਾ ਉਤਰੀਏ ਤੇ ਗੱਲ ਬਣਦੀ ਨਹੀਂ। ਗੱਲ ਮਾੜੀ ਹੈ। ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਇੱਕ ਬਾਹਰ ਦੀ ਬਾਣੀ ਹੈ ਕਿ
बचन करे ते खिसक जाए सोई नर कच्चा, पक्का नहीं होंदा, कच्चा। दौलत खान नूं सतगुरु जी कहते तेरी मेरी गल की हुई सी, मिल के नमाज पढ़ांगे, की तुसां नमाज पढ़ी? कहते होर असीं की कीता भी? कहते नमाज पढ़ी, ध्यान कित्थे सी? जदों इन्नी गल कही ध्यान कित्थे सी? घोड़ियां दा वपार हो रहा सी, काबल कंधार वाले यात्रा हो रही सी, मन दियां उडारियां कित्थे सन? तो मुला कहंदा जे घोड़ियां दा वपार करन चले गया, मैं तो इत्थे सां। कहंदे तेरी नहीं विशेरी घर दे विच फिरदी, खूह च डिगना पवे गज के आगे सतनाम, भी तू भी तो विशेरी आ नहीं, घोड़ी सूई है, विशेरी किते खूह च ना डिग पवे, भी घर वाले ध्यान ते रखन, वार वार ध्यान जांदा। हुण कि मेरे वर्गे दी 300 की जुत्ती बाहर होवे ना, जोड़े घर च जमा ना कराई होवे, ध्यान हुंदा कोई चुक ही ना ले जे गज के आगों सतनाम। ध्यान किते होर फिरदा, जदों दिल दियां बुझियां गईयां भी ये ते दिलां दियां जानदा है, हर अंतर जामी सब विद जाने ता किस पै आग सुनाई है, कहने कथन ना भीजै गोविंद, हर भावै पैज रखाई है। ये अंतर जामी सब विद जानदा है, हर करता सब विद जानदा। दूसरा बचन है विन बोलिया सब किश जानदा, किस आगे पीछे अरदास घट घट के अंतर की जानत, भले बुरे की पीर पछानत। जदों गुरु नानक दे मन दियां बुझ लईयां ते गुरु नानक दे चरनां ते सारे डिग पए। गुरु नानक नूं उन्हां ने रब मन्निया, गुरु नानक नूं उन्हां ने प्यार कीता, गुरु नानक नूं एक वली अल्लाह दा ही रूप मन के, क्योंकि उन्हां ने आख्या नानक पीर, मुसलमान पीर मानते सन। ताइयों फिर भाई गुरदास जी ने आख्या जाहर पीर जगत गुर बाबा, पीरां दा पीर जारा पीर गुरु नानक है, जगत गुर बाबा जगत दा गुरु। ओ बाबा नानक निरंकारी बड़ियां नूं तारिया, उन्हां दे गुण गाउंदियां समा दिते तो थोड़ा जिहा वध लग गया। इन्नी को बेनती प्रवान कर लेनी, बेअंत बेअंत इतिहास पूरियां दा कहने वाले अधूरे गलतियां कर जाने, क्योंकि असी चार मिट्टी दे माधु अधूरे। कोई पूरा होवे ते पूरे दी गल पूरी कर सकदा, अधूरा मनुख पूरे दी व्याख्या नहीं कर सकदा, क्योंकि पूरा प्रभ आराध्या, पूरा जाका नाओ नानक पूरा पाया, पूरे के गुण गाओ। पूरे दे गुण गाउंदियां होया आप जी का धन्यवाद, जिन्हां जिन्हां ने अंत समय तक हुण तक हाज़री लगवाई, इतिहास सरवण किया, धन्यवाद है आप संगत का कोटान कोट धन्यवाद। चोजी प्रीतम सतगुरु गुरु ग्रंथ साहिब जी का, प्रधान साहिब जी का, जिन्हां ने हुक्म ला के आप रब वर्गियां संगतां दे दर्शन करवाए ने, बेअंत माया दे के तुसीं नवाजिया है। धन्यवाद तुहाडा। सवेर दे दीवानां दे विच कल शनिवार है, सवेर के दीवान के उम्मीद है इस तरीके नाल वध चढ़ के हाज़री भरोगे। कल रात के दीवान, ऐतवार के दीवान ने बड़े चढ़ती कला वाले सिंह ज्ञानी जसविंदर सिंह जी शहूर साहब, वो भी हुण रात को पहुँच जाएंगे, होर 10 मिनट तक अद्धे घंटे तक उन्होंने पहुँच जाना, तो उन्होंने भी तुसीं बचन सरवण करने हैं। सो बेनती है जिन्ना समा प्रबंधकों वालों उलीकिया गया, तुसीं प्रबंधकों नूं आगू बनाया, माया दिती है, साथ भी दिता है, सहयोग होर दिओ कि गुरु घर दे जिहड़े समागम है वो चढ़ती कला दे नाल नेपरे चढ़ सकन। बेअंत बेअंत भुलां दी खिमा। प्रोफैसर भुपेंद्र सिंह प्रीत पारसमणी, ढाडी बिक्रमजीत सिंह मलटोहा, ढाडी सुखदेव सिंह मलटोहा, सरंगी मास्टर भाई संदीप सिंह जी कसेल दियां भुलां नज़रअंदाज करदे मुआफी दिओ गज के आखियो जी वाहिगुरू जी का खालसा वाहिगुरू।